सतगुरु जी की रहमत बख्शिश किरपा सदका, सतगुरु जी के बख्शे उद्यम सदका असी गुरु की गल करन सुनन लई इकट्ठे हुंदे आ। क्लास की आरंभता तो पहला मूल मंत्र गुर मंत्र का जाप करांगे, उस तो बाद क्लास की आरंभता करांगे। एक ओंकार सतनाम करता पुरख निर्भओ निर्वैर अकाल मूरत अजूनी सहवं गुर प्रसाद। एक ओंकार सतनाम करता पुरख निर्भओ निर्वैर अकाल मूरत अजूनी सहवं गुर प्रसाद। एक ओंकार सतनाम करता पुरख निर्भओ निर्वैर अकाल मूरत अजूनी सहवं गुर प्रसाद। एक ओंकार सतनाम करता पुरख निर्भओ निर्वैर अकाल मूरत अजूनी सहवं गुर प्रसाद। एक ओंकार सतनाम करता पुरख निर्भओ निर्वैर अकाल मूरत अजूनी सहवं गुर प्रसाद। एक ओंकार सतनाम करता पुरख निर्भओ निर्वैर अकाल मूरत अजूनी सहवं गुर प्रसाद। वाहिगुरु 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 वाहिगुरु। वाहिगुरु जी का खालसा वाहिगुरु जी की फतेह। सतगुरु जी की बख्शिश किरपा रहमत सदका सिद्ध गोष्ठ बाणी की लड़ीवार विचार ਆਪਾਂ ਆਰੰਭ ਕੀਤੀ ਸੀ, ਜਿਹਦੇ ਵਿੱਚੋਂ ਅਸੀਂ 37 ਪੌੜੀਆਂ ਦੇ ਵਿਚਾਰ ਮੁਕੰਮਲ ਕਰ ਚੁੱਕੇ ਹਾਂ। 38ਵੀਂ ਪੌੜੀ ਦੀ ਅੱਜ ਵਿਚਾਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨੀ ਹੈ। 37ਵੀਂ ਪੌੜੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਕੱਲ ਦੀ ਜੋ ਵਿਚਾਰ ਦਿੱਤੀ, ਬੜੀ ਸਪਸ਼ਟ ਗੁਰੂ ਮਹਾਰਾਜ ਨੇ ਸਾਨੂੰ ਉਹਦੇ ਚਾਨਣਾ ਪਾਇਆ, ਮਾਰਗਦਰਸ਼ਨ ਕੀਤਾ ਕਿ ਗੁਰਸਿੱਖ ਦਾ ਜੀਵਨ, ਗੁਰਮੁਖ ਦਾ ਜੀਵਨ, ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਦਾ ਜੀਵਨ, ਸੰਸਾਰ ਦੇ ਸਗਨ ਅਪਸਗਨ, ਜਾਦੂ ਟੂਣੇ ਮੰਤਰ, ਦਿਨ ਵਿਚਾਰਨੇ, ਪੱਤਰੀਆਂ ਵਾਚਣੀਆਂ, ਚੰਗੇ ਮਾੜੇ ਦਿਨਾਂ ਦਾ ਵਿਚਾਰ ਕਰਨੀ, ਇਹਨਾਂ ਤੋਂ ਉੱਪਰ ਹੈ। ਉਹ ਇਹਨਾਂ ਉੱਤੇ ਭਰੋਸਾ ਨਹੀਂ ਕਰਦਾ। ਉਹਨਾਂ ਨੂੰ ਉਸ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਸਾਰੇ ਦਿਨ, ਸਭ ਵਾਰ, ਥਿੱਤਾਂ ਇਹ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਹਨ ਔਰ ਸਾਰੇ ਜੀਵ ਵੀ ਪਰਮੇਸ਼ਰ ਦੇ ਆਪਣੇ ਬਣਾਏ ਹੋਏ ਹਨ। ਉਹਦੇ ਅੰਦਰ ਵੈਰ ਵਿਰੋਧ, ਜਾਤ ਪਾਤ, ਊਚ ਨੀਚ, ਇਹ ਸਾਰਾ ਭਰਮ ਵਹਿਮ ਪਖੰਡ ਜਿਹੜਾ ਨਿਕਲ ਜਾਂਦਾ ਹੈ। ਅਸਲ ਵਿੱਚ ਉਹ ਸਾਰੇ ਅੰਦਰ ਰੱਬੀ ਜੋਤ ਸਮਝਦਾ ਹੈ। ਰੱਬੀ ਜੋਤ ਸਮਝਦਾ ਹੋਇਆ ਸਾਰੇ ਪਰਉਪਕਾਰ ਦੇ ਨਾਲ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਉਹਨੂੰ ਇਸ ਗੱਲ ਸਮਝ ਆ ਜਾਂਦੀ ਹੈ ਕਿ ਪਰਮੇਸ਼ਰ ਸਰਵ ਵਿਆਪਕ ਹੈ, ਹਰ ਜਗ੍ਹਾ ਤੇ ਵਸਿਆ ਹੋਇਆ ਹੈ। ਪਰਮੇਸ਼ਰ ਦੀ ਹੋਂਦ ਸਦਾ ਕਾਇਮ ਰਹਿਣ ਵਾਲੀ ਹੈ।
ਇੱਕੋ ਹੀ ਸ਼ਕਤੀ ਹੈ ਜਿਹੜੀ ਸਦਾ ਕਾਇਮ ਰਹਿਣ ਵਾਲੀ ਹੈ, ਉਹ ਪਰਮੇਸ਼ਰ। ਦੁਨੀਆ ਰਵੇ ਨਾ ਰਵੇ, ਇਹ ਸੂਰਜ ਚੰਦਰਮਾ ਤਾਰੇ ਰਹਿਣ ਜਾਂ ਨਾ ਰਹਿਣ, ਪਰਮੇਸ਼ਰ ਦੀ ਹੋਂਦ ਨੂੰ ਕਦੇ ਕੋਈ ਖਤਮ ਨਹੀਂ ਕਰ ਸਕਦਾ। ਇਸ ਵਾਸਤੇ ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਉਹ ਸਭ ਕੁਝ ਜੋ ਕੁਝ ਹੋ ਰਿਹਾ ਹੈ ਕਰਤਾਰ ਦੇ ਆਪਣੇ ਹੁਕਮ ਵਿੱਚ ਹੋ ਰਿਹਾ ਹੈ। ਵੈਰ ਵਿਰੋਧ ਇਸੇ ਕਰਕੇ ਮੁੱਕ ਜਾਂਦਾ ਹੈ ਕਿਉਂਕਿ ਸਭ ਵਿੱਚ ਉਹ ਪਰਮੇਸ਼ਰ ਦੀ ਜੋਤ ਨੂੰ ਦੇਖਦਾ ਹੈ ਔਰ ਇਹਨਾਂ ਦਾ ਲੇਖਾ ਜੋਖਾ ਹੀ ਮੁਕਾ ਦਿੰਦਾ ਹੈ। ਕਦੇ ਇਹ ਸੋਚ ਆਪਣੇ ਮਨ 'ਚ ਆਉਣ ਹੀ ਨਹੀਂ ਦਿੰਦਾ ਕਿ ਮੇਰੇ ਨਾਲ ਕਿਸੇ ਨੇ ਕੋਈ ਵਧੀਕੀ ਕੀਤੀ ਹੈ, ਮੇਰੇ ਨਾਲ ਕਿਸੇ ਨੇ ਮੇਰੇ ਨਾਲ ਵਾਅਦਾ ਕਰ ਲਿਆ। ਉਹ ਸਿਰਫ ਜੋ ਵੀ ਰਜਾ ਕਰਤਾਰ ਦੀ ਸਮਝ ਕੇ ਪਰਮੇਸ਼ਰ ਦੇ ਭਾਵਨੀ ਅੰਦਰ ਤੁਰਿਆ ਜਾਂਦਾ ਹੈ। ਪ੍ਰਭੂ ਦੇ ਨਾਮ ਵਿੱਚ ਹਮੇਸ਼ਾ ਹੀ ਉਹ ਰੰਗਿਆ ਰਹਿੰਦਾ ਹੈ ਤੇ ਉਹ ਗੁਰਮੁਖ ਜਿਹੜਾ ਪ੍ਰਭੂ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ, ਉਹ ਕਸਮ ਮਾਲਕ ਦੇ ਨਾਲ ਆਪਣਾ ਮਿਲਾਪ ਕਰ ਲੈਂਦਾ ਹੈ, ਭਾਵ ਮਿਲ ਜਾਂਦਾ ਹੈ। ਅੱਜ ਦਾ ਜੋ 38ਵੀਂ ਪੌੜੀ ਹੈ, ਗੁਰੂ ਪਾਤਸ਼ਾਹ ਜੀ ਦੇ ਬਚਨ ਹਨ। ਬਿਨ ਗੁਰ ਭਰਮੈ ਆਵੈ ਜਾਏ, ਬਿਨ ਗੁਰ ਕਾਲ ਨਾ ਪਵਈ ਥਾਏ। ਬਿਨ ਗੁਰ ਭਰਮੈ ਆਵੈ ਜਾਏ, ਬਿਨ ਗੁਰ ਕਾਲ ਨਾ ਪਵਈ ਥਾਏ। ਬਿਨ ਗੁਰ ਮਨੁਆ ਅਤ ਡੋਲਾਈ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ। ਬਿਨ ਗੁਰ ਬਿਸਿਰ ਡਸੇ ਮਰਵਾਟ, ਨਾਨਕ ਗੁਰ ਬਿਨ ਘਟ ਘਾਟ। ਬਿਨ ਗੁਰ ਬਿਸਿਰ ਡਸੈ ਮਰਵਾਟ, ਨਾਨਕ ਗੁਰ ਬਿਨ ਘਟ ਘਾਟ। ਪਿਛਲੀਆਂ ਪੌੜੀਆਂ ਵਿੱਚ ਸਿੱਧਾਂ ਨਾਲ ਚਰਚਾ ਕਰਦਿਆਂ ਹੋਇਆਂ, ਗੋਸ਼ਟੀ ਕਰਦਿਆਂ ਹੋਇਆਂ, ਗੁਰੂ ਨਾਨਕ ਦੇਵ ਮਹਾਰਾਜ ਨੇ, ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਦੀ ਨਾਮ ਵਿੱਚ ਰਤੇ ਹੋਏ ਦੀ ਗਾਥਾ ਜਿਹੜੀ ਹੈ ਉਹ ਸਾਂਝੀ ਕੀਤੀ। ਅੱਜ ਦੀ ਇਸ ਪੌੜੀ ਵਿੱਚ ਉਹ ਜ਼ਿਕਰ ਨਹੀਂ ਹੈ। ਉਸ ਦਾ ਜ਼ਿਕਰ ਹੈ ਜਿਹੜੇ ਗੁਰੂ ਤੋਂ ਟੁੱਟੇ ਹੋਏ ਹਨ, ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦੇ, ਜਿਹੜੇ ਗੁਰੂ ਵਾਲੇ ਨਹੀਂ ਬਣਦੇ, ਜਿਹੜੇ ਆਪਣੇ ਮਨ ਦੇ ਚਲਾਕ ਹੁਸ਼ਿਆਰ ਹਨ, ਜਿਨ੍ਹਾਂ ਦੇ ਦਲੀਲਾਂ ਇਹੋ ਹੀ ਹੁੰਦਾ ਹੈ, ਅਸੀਂ ਤਾਂ ਸਭ ਕੁਝ ਜਾਣਦੇ ਹਾਂ, ਸਾਡਾ ਮਨ ਬੜਾ ਸਾਫ਼ ਹੈ, ਸਾਡੇ ਅੰਦਰ ਕੋਈ ਕਮੀ ਨਹੀਂ, ਕੋਈ ਕਮਜ਼ੋਰੀ ਨਹੀਂ, ਅਸੀਂ ਝੂਠ ਨਹੀਂ ਬੋਲਦੇ, ਹਮੇਸ਼ਾ ਸੱਚ ਬੋਲਦੇ ਹਾਂ, ਅਸੀਂ ਗੁਰੂ ਵਾਲੇ ਕਿਉਂ ਬਣੀਏ, ਅਸੀਂ ਅੰਮ੍ਰਿਤ ਦੀ ਦਾਤ ਕਿਉਂ ਲਈਏ, ਖੰਡੇ ਬਾਟੇ ਦੀ ਪੌਲ ਕਿਉਂ ਛਕੀਏ। ਇਹ ਆਪ ਉਹਨਾਂ ਲੋਕਾਂ ਦੀ ਵਿਚਾਰ ਹੈ ਜਿਹੜੇ ਗੁਰੂ ਦੇ ਬਾਗੀ ਹਨ, ਗੁਰੂ ਅਨੁਸਾਰ ਹੀ ਨਹੀਂ ਹੋਏ। ਆਤਮਿਕ ਜੀਵਨ ਦਾ ਫਾਹਾ ਕੱਟਣ ਲਈ ਗੁਰੂ ਦੀ ਸ਼ਰਨ ਪੈਣਾ ਬੜਾ ਜ਼ਰੂਰੀ ਹੈ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਭੁਲੇਖਾ ਦੂਰ ਨਹੀਂ ਹੋ ਸਕਦਾ, ਭਟਕਣਾ ਵੀ ਦੂਰ ਨਹੀਂ ਹੁੰਦੀ। ਜਦ ਤੱਕ ਅੰਦਰ ਭਟਕਣਾ ਬਣੀ ਹੋਈ ਹੈ, ਤਦ ਤੱਕ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਦੁਬਿਧਾ ਵਿੱਚ ਰਤਿਆ ਹੋਇਆ ਕਦੀ ਮਿਲਾਪ ਨਹੀਂ ਹੁੰਦਾ। ਪਰਮੇਸ਼ਰ ਨਾਲ ਬਣੀ ਹੋਈ ਦੁਬਿਧਾ ਇਹ ਕਦੀ ਵੀ ਸਾਨੂੰ ਮਿਲਾਪ ਤੱਕ ਨਹੀਂ ਪਹੁੰਚਾ ਸਕਦੀ ਔਰ ਇਹ ਦੁਬਿਧਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਦੂਰ ਨਹੀਂ ਹੋ ਸਕਦੀ। ਜਦ ਤੱਕ ਮਨੁੱਖ ਗੁਰੂ ਵਾਲਾ ਨਹੀਂ ਬਣਦਾ, ਉਹਦਾ ਭਟਕਣਾ ਦਾ, ਭਰਮਾਂ ਦਾ, ਭੁਲੇਖਿਆਂ ਦਾ ਜਾਲਾ ਨਹੀਂ ਟੁੱਟਦਾ। ਜਦ ਤੱਕ ਉਹ ਜਾਲ ਨਹੀਂ ਟੁੱਟਦਾ, ਉਦੋਂ ਤੱਕ ਇਹ ਮਾਇਆ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ। ਮਾਇਕ ਪਦਾਰਥਾਂ ਦੇ ਬੰਧਨਾਂ ਨੇ ਇਸ ਨੂੰ ਪਰਮੇਸ਼ਰ ਤੋਂ ਦੂਰ ਕਰ ਦਿੱਤਾ, ਦੂਰੀ ਬਣਾ ਦਿੱਤੀ ਹੈ। ਗੁਰੂ ਮਹਾਰਾਜ ਨੇ ਗੁਰਬਾਣੀ ਅੰਦਰ ਬਾਰ-ਬਾਰ ਇਹ ਗੱਲ ਦੁਹਰਾਈ ਹੈ ਕਿ ਗੁਰੂ ਤੋਂ ਬਿਨਾਂ ਅਧਿਆਤਮਿਕ ਜੀਵਨ ਵਿੱਚ
ਆਤਮਿਕ ਜੀਵਨ ਵਿੱਚ ਰੋਸ਼ਨੀ ਨਹੀਂ ਹੋ ਸਕਦੀ। ਤੇ ਰੋਸ਼ਨੀ ਤੋਂ ਬਿਨਾਂ ਹਮੇਸ਼ਾ ਹਨੇਰਾ ਹੁੰਦਾ ਹੈ। ਜਿੱਥੇ ਹਨੇਰਾ ਹੈ ਉੱਥੇ ਭੁਲੇਖਾ ਪੈਣਾ ਲਾਜ਼ਮੀ ਹੈ। ਕੋਈ ਇੱਥੇ ਭਰਮ ਦੀ ਗੱਲ ਕੀਤੀ ਹੈ, ਭਟਕਣਾ ਦੀ ਗੱਲ ਕੀਤੀ, ਭੁਲੇਖੇ ਦੀ ਗੱਲ ਕੀਤੀ ਗੁਰੂ ਮਹਾਰਾਜ ਨੇ। ਭੁਲੇਖਾ ਕਦੋਂ ਪੈਂਦਾ? ਜਦੋਂ ਜੀਵਨ ਵਿੱਚ ਹਨੇਰਾ ਹੋਵੇ। ਇਹ ਬਚਨ ਅਸੀਂ ਬਹੁਤ ਵਾਰੀ ਪੜ੍ਹਦੇ ਹਾਂ ਵੀ ਜੇਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਵੀ ਚੰਦਰਮਾ 100 ਚੜ ਜਾਏ, ਹਜ਼ਾਰਾਂ ਸੂਰਜ ਚੜ ਜਾਣ, ਦੋਨਾਂ ਦੀ ਰੋਸ਼ਨੀ ਨੂੰ ਇਕੱਠਾ ਕਰ ਦਈਏ, 1000 ਸੂਰਜ 100 ਚੰਦਰਮਾ ਦੀ ਰੋਸ਼ਨੀ, ਇੱਕ ਚੰਦਰਮਾ ਦੀ ਇੱਕ ਸੂਰਜ ਦੀ ਰੋਸ਼ਨੀ ਮਾਨ ਨਹੀਂ ਹੈ। ਬੰਦਾ ਅੱਖਾਂ ਸਿੱਧੀਆਂ ਕਰਕੇ ਨਹੀਂ ਵੇਖ ਸਕਦਾ, ਤਪਸ਼ ਕਿੰਨੀ ਹੈ। ਹਜ਼ਾਰਾਂ ਸੂਰਜ ਦੀ ਤਪਸ਼ ਨੂੰ ਇਕੱਠਾ ਵੀ ਕਰ ਦਈਏ, ਇਹਦੀ ਰੋਸ਼ਨੀ ਵੀ ਕਰ ਦਈਏ, ਇਹਦੇ ਨਾਲ 100 ਚੰਦਰਮਾ ਨੂੰ ਵੀ ਮਿਲਾ ਦਈਏ, ਭਾਵ ਕਈ ਚੰਦਰਮਾ ਕਈ ਸੂਰਜਾਂ ਦੀ ਰੋਸ਼ਨੀ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨੀ ਰੋਸ਼ਨੀ ਹੁੰਦਿਆਂ ਹੋਇਆ ਵੀ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਅਧਿਆਤਮਿਕ ਜੀਵਨ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਗੁਰੂ ਅੰਦਰ ਦੇ ਹਨੇਰੇ ਨੂੰ ਦੂਰ ਕਰਦਾ ਹੈ, ਭਟਕਣਾ ਦੀ ਫਾਹੀ ਨੂੰ ਕੱਟਦਾ ਹੈ, ਭਟਕਣਾ ਦੀ ਜਾਲ ਨੂੰ ਕੱਟਦਾ ਹੈ, ਭਟਕਣਾ ਦੇ ਜਾਲ ਨੂੰ ਤੋੜਦਾ ਹੈ, ਔਰ ਮਨ ਵਿੱਚ ਬਣੇ ਹੋਏ ਭਰਮ ਭੁਲੇਖਿਆਂ ਨੂੰ ਗੁਰੂ ਦੂਰ ਕਰ ਸਕਦਾ ਹੈ। ਜਦ ਤੱਕ ਇਨਸਾਨ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਉਦੋਂ ਤੱਕ ਇਹ ਭਟਕਦਾ ਹੀ ਰਹਿੰਦਾ ਹੈ। ਗੁਰੂ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ, ਪ੍ਰਾਣੀ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ, ਫਲੀਏ ਫੁਲੀਏ ਬੱਪੜੇ ਭੀ ਤਨ ਵਿੱਚ ਸਵਾ। ਆਸਾ ਕੀ ਵਾਰਤਾ ਹੈ, ਬਚਨ ਮਹਾਰਾਜ ਦਾ ਹੈ। ਇਹ ਵੀ ਗੁਰੂ ਮਹਾਰਾਜ ਨੇ ਸਾਨੂੰ ਸਾਂਝਾ ਕੀਤਾ ਹੈ। ਇੱਥੇ ਬਸ ਨਹੀਂ, ਗੁਰੂ ਸਾਹਿਬ ਜੀ ਨੇ ਇਹ ਵੀ ਗੱਲ ਸਾਨੂੰ ਸਮਝਾ ਦਿੱਤੀ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪਨ, ਅਗਨ ਕੱਟੇ ਸਭ ਤੇਰੇ। ਉਹ ਭਾਈ ਗੁਰੂ ਸ਼ਬਦ ਦਾ ਸੂਰਮਾ ਹੈ। ਸ਼ਬਦ ਦੇ ਨਾਲ ਤੇਰੇ ਸਾਰੇ ਹੀ ਕੀਤੇ ਹੋਏ ਗੁਨਾਹਾਂ ਦੇ ਸੰਗਲਾਂ ਨੂੰ ਤੋੜ ਦੇਵੇਗਾ, ਸਾਰੇ ਕੀਤੇ ਹੋਏ ਗੁਨਾਹਾਂ ਦੇ ਸੰਗਲਾਂ ਨੂੰ ਲਾਹ ਦੇਵੇਗਾ, ਤੇਰੇ ਕੀਤੇ ਹੋਏ ਕਰਮਾਂ ਨੂੰ ਬਦਲ ਦਿੰਦਾ ਹੈ। ਗੁਰੂ ਸਮਰੱਥ ਹੈ। ਗੁਰੂ ਜਦੋਂ ਸਿਰ ਉੱਤੇ ਹੱਥ ਰੱਖ ਦੇਵੇ ਤਾਂ ਵਿੱਚੋਂ ਬੁਰਾਈਆਂ ਨੂੰ ਕੱਢ ਲੈਂਦਾ ਹੈ, ਚੰਗਿਆਈਆਂ ਅੰਦਰ ਬਖਸ਼ਿਸ਼ ਕੱਢਦਾ ਹੈ। ਚੰਗੇ ਗੁਣ ਅੰਦਰ ਪ੍ਰਵੇਸ਼ ਹੁੰਦੇ ਨੇ, ਔਰ ਮਾੜੇ ਗੁਣ ਅਵਗਣ ਜਿਹੜੇ ਹਨ ਉਹਨਾਂ ਨੂੰ ਗੁਰੂ ਆਪਣੀ ਬਖਸ਼ਿਸ਼ ਨਾਲ ਕੱਢ ਦਿੰਦਾ ਹੈ। ਗੱਲ ਤਾਂ ਗੁਰੂ ਦੀ ਸ਼ਰਨ ਵਿੱਚ ਪੈਣ ਦੀ ਹੈ। ਔਰ ਗੁਰੂ ਤੋਂ ਬਿਨਾਂ ਅਧਿਆਤਮਿਕ ਜੀਵਨ ਦੇ ਵਿੱਚ ਭਟਕਣਾ ਤੇ ਭੁਲੇਖੇ ਬਣੇ ਰਹਿੰਦੇ ਹਨ। ਪਹਿਲੀ ਪੰਕਤੀ ਵਿੱਚ ਗੁਰੂ ਮਹਾਰਾਜ ਨੇ ਹੁਣ ਇਹ ਜ਼ਿਕਰ ਕੀਤਾ ਵੀ ਸਤਿਗੁਰ ਦੀ ਸ਼ਰਨ ਆਉਣ ਤੋਂ ਬਿਨਾਂ ਮਨੁੱਖ ਮਾਇਆ ਵਿੱਚ ਹੀ ਭਟਕਦਾ ਰਹਿੰਦਾ ਹੈ, ਭੁਲੇਖਾ ਬਣਿਆ ਰਹਿੰਦਾ ਹੈ, ਔਰ ਇਹਦਾ ਜਨਮ ਦਾ ਮਰਨ ਦਾ ਤਾਣਾ ਇਉਂ ਹੀ ਤਣਿਆ ਜਾ ਰਿਹਾ ਹੈ। ਭਾਵ ਕਦੀ ਜਨਮ ਮਰਨ ਦੇ ਗੇੜ ਖਤਮ ਨਹੀਂ ਹੋ ਸਕਦਾ, ਜੰਮਦਾ ਤੇ ਮਰਦਾ, ਜੰਮਦਾ ਤੇ ਮਰਦਾ ਹੈ। ਇਹ ਜੰਮਣ ਮਰਨ ਦਾ ਗੇੜਾ ਇਹਦਾ ਮੁੱਕ ਨਹੀਂ ਸਕਦਾ ਜਦ ਤੱਕ ਇਹ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦਾ। ਬਿਨਾਂ ਗੁਰੂ ਤੋਂ, ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਮਨੁੱਖ ਦੇ ਮਾਇਆ ਦੀਆਂ ਭਟਕਣਾ ਵੀ ਦੂਰ ਨਹੀਂ ਹੋ ਸਕਦੀਆਂ। ਭੁਲੇਖਾ ਕੀ ਹੈ? ਭਰਮ ਕੀ ਹੈ? ਭਰਮ ਦਾ ਅਰਥ ਭੁਲੇਖਾ ਹੈ। ਭੁਲੇਖਾ ਕੀ ਹੁੰਦਾ ਹੈ? ਜੋ ਅਸੀਂ ਦੇਖਦੇ ਹਾਂ, ਜੋ ਅਸੀਂ ਸਮਝਦੇ ਹਾਂ, ਅਸਲ ਵਿੱਚ ਉਹ ਨਾ ਹੋਵੇ। ਸੁਪਨਿਆਂ ਦੀ ਦੁਨੀਆ ਵੀ ਤਾਂ ਇੱਕ ਭੁਲੇਖਾ ਹੈ। ਇਨਸਾਨ ਰਾਤ ਨੂੰ ਲੰਮਾ ਮੰਜੀ ਤੇ ਪਿਆ ਸੁੱਤਾ, ਗੂੜੀ ਨੀਂਦ ਵਿੱਚ ਸੁੱਤਾ ਹੋਵੇ ਤੇ ਸੁਪਨੇ ਦੇ ਵਿੱਚ ਵੱਡੀ ਡਿਗਰੀ ਪਾਸ ਕਰ ਲਵੇ, IAS ਦਾ ਐਗਜ਼ਾਮ ਕਲੀਅਰ ਕਰ ਲਵੇ, ਤੇ ਉਸੇ ਐਗਜ਼ਾਮ ਦੇ ਬੇਸ ਤੇ ਕੱਲ ਅਖਬਾਰ ਦਾ ਇਸ਼ਤਿਹਾਰ ਪੜ੍ਹ ਕੇ ਅਗਲੇ ਦਿਨ ਇੰਟਰਵਿਊ ਦੇਣ ਚਲਾ ਜਾਏ, ਉਹਨੂੰ ਜਾ ਕੇ ਪੁੱਛਿਆ ਵੀ ਤੇਰੀ ਪੜ੍ਹਾਈ? ਹਾਂਜੀ ਮੈਂ ਪੜ੍ਹਿਆ।
डिग्री कित्थे है? वो रात सुपने च वेखी है। सुपनियां दी दुनिया ते विश्वास करने वाले हमेशा खता ही खांदे हन, भुलेखे विच ही रहिंदे हन। भुलेखिਆਂ ਦੀ दुनिया विच विचरण वाले भी कदी अपनी जिंदगी दी बाजी नहीं जित सकते। उन्होंने समझ ही नहीं असलीयत की है, जगत विच असीं करन की आए हाँ, साडे आउण दा मकसद की है। अंदर भरम है, जो छड्ड के जाना सी संसार विच उन्हां नूं जोड़न लग पे, उन्हां नाल साडी साझ बन गई। ਜਿਹੜੀਆਂ ਚੀਜ਼ਾਂ ਸਾਡੇ ਕੰਮ ਵਿੱਚ ਨਹੀਂ ਆਉਣ ਵਾਲੀਆਂ ਉਹ ਸਾਡੀਆਂ ਜੰਜਾਲ ਬਣ ਗਈਆਂ। ਭੁਲੇਖੇ ਵਿੱਚ ਪਿਆ ਹੈ ਇਨਸਾਨ ਇਹੋ ਕੁਝ ਹੀ ਹੈ। ਜਿਹੜੀ ਚੀਜ਼ ਕੰਮ ਨਹੀਂ ਆਉਣੀ ਉਹ ਸਾਡੇ ਬੰਧਨ ਬਣ ਗਈ, ਜੰਜਾਲ ਬਣ ਗਈ। ਦੁਨੀਆ ਦੇ ਧੰਦੇ, ਦੁਨੀਆ ਦੇ ਪਦਾਰਥ, ਜਿਨ੍ਹਾਂ ਨੇ ਨਾਲ ਨਹੀਂ ਜਾਣਾ ਉਹਨਾਂ ਨਾਲ ਸਾਡਾ ਪਿਆਰ ਹੋ ਗਿਆ, ਮੁਹੱਬਤ ਬਣ ਗਈ। ਤੇ ਜਿਹੜੇ ਵੈਰੀ ਹਨ ਉਹਨਾਂ ਨੂੰ ਅਸੀਂ ਮਿੱਤਰ ਸਮਝ ਲਿਆ। ਕਾਮ ਦੇ ਇੱਕ ਵੈਰੀ, ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਵੈਰੀ ਹਨ, ਭੁਲੇਖੇ ਵਿੱਚ ਅਸੀਂ ਇਹਨਾਂ ਨੂੰ ਮਿੱਤਰ ਬਣਾ ਲੈਂਦੇ ਹਾਂ, ਇਹਨਾਂ ਨਾਲ ਸਾਡਾ ਹਿੱਤ ਲੱਗ ਜਾਂਦਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਕਹਿੰਦੇ ਮਨੁੱਖ ਸੰਸਾਰ ਇਸੇ ਭੁਲੇਖੇ ਵਿੱਚ ਹੀ ਹੈ, ਔਰ ਇਸੇ ਭੁਲੇਖੇ ਵਿੱਚ ਉਹ ਜੀਵਨ ਦੀ ਬਾਜੀ ਹਾਰ ਜਾਂਦਾ ਹੈ। ਜਿਹੜੀ ਚੀਜ਼ ਨਹੀਂ ਕਰਨੀ ਸੀ ਉਹ ਕੀਤੀ ਨਹੀਂ, ਉਹ ਜਿਹੜੀ ਚੀਜ਼ ਨਹੀਂ ਸੀ ਕਰਨ ਵਾਲੀ ਉਹ ਕਰਦਾ ਰਿਹਾ, ਤੇ ਜੋ ਕਰਨਾ ਸੀ ਉਹ ਕੀਤਾ ਹੀ ਨਹੀਂ। ਕਰਨੋ ਹੂ ਤੋ ਸੋ ਨਾ ਕੀਓ, ਪਰ ਉਹ ਲੋਭ ਕੇ ਬਨ, ਲਾਲਚ ਵਸ ਹੋਇਆ ਹੋਇਆ ਜੋ ਕਰਨ ਵਾਲਾ ਸੀ ਉਹਦਾ ਉਹ ਕੰਮ ਨਹੀਂ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਵੀ ਇਹ ਬਚਨ ਕਹਿੰਦੇ ਨੇ, ਕਹਿੰਦੇ ਸੱਚ ਤੇ ਧਰਮ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨਮੁਖ ਵਿਅਕਤੀ ਨੂੰ ਚੰਗਾ ਨਹੀਂ ਲੱਗਦਾ, ਜਿਹਦਾ ਮਨ ਤੇ ਮੁਖ ਗੁਰੂ ਵਾਲੇ ਪਾਸੇ ਨਹੀਂ। ਗੁਰਮੁਖ ਦਾ ਮੂੰਹ ਗੁਰੂ ਵਾਲੇ ਪਾਸੇ ਹੈ ਤੇ ਮਨਮੁਖ ਦਾ ਮੂੰਹ, ਜਿਹਨੂੰ ਅਸੀਂ ਮਨਮੁਖ ਕਹਿੰਦੇ, ਉਹਦਾ ਮੂੰਹ ਮਨ ਤੇ ਮੁਖ ਹੈ, ਉਹ ਮਨ ਵਾਲੇ ਪਾਸੇ ਹੈ। ਉਹਦੇ ਉਹ ਮਨ ਦੇ ਪਿੱਛੇ ਲਾ ਕੇ ਕੰਮ ਕਰਦਾ ਹੈ, ਤੇ ਗੁਰੂ ਵਾਲਾ ਗੁਰਮੁਖ ਜਿਹੜਾ ਹੈ ਗੁਰੂ ਦੀ ਗੱਲ ਦੇ ਪਿੱਛੇ ਲਾ ਕੇ ਕੰਮ ਕਰਦਾ ਹੈ। ਜੀਵਨ ਦੀ ਜਾਨ ਇਸ ਤਰ੍ਹਾਂ ਚੱਲਦਾ ਹੈ। ਸੱਚ ਧਰਮ ਦੀ ਗੱਲ ਜੋ ਗੁਰੂ ਕਹਿੰਦਾ ਹੈ ਉਹ ਮਨਮੁਖ ਨੂੰ, ਗੁਰੂ ਵਿਹੂਣੇ ਨੂੰ ਚੰਗੀ ਨਹੀਂ ਲੱਗਦੀ, ਕੌੜੀ ਜਾਪਦੀ ਹੈ। ਝੂਠ, ਧਰੋ, ਇਹ ਚੀਜ਼ਾਂ ਇਹਨੂੰ ਮਿੱਠੀਆਂ ਲੱਗਦੀਆਂ ਨੇ। ਭੁਲੇਖਾ ਤੇ ਹੋਈ ਹੈ ਨਾ ਵੀ ਜਿਹੜਾ ਕੌੜਾ ਸੀ ਉਹਨੂੰ ਮਿੱਠਾ ਕਹਿ ਦਿੱਤਾ, ਜਿਹੜਾ ਮਿੱਠਾ ਸੀ ਉਹਨੂੰ ਕੌੜਾ ਕਹਿ ਦਿੱਤਾ। ਭੁਲੇਖੇ ਵਿੱਚ ਫਸੇ ਹੋਏ ਵਿਅਕਤੀ ਨੂੰ ਹੀ ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਪਿਆਰੀਆਂ ਲੱਗਦੀਆਂ ਹਨ ਤੇ ਦਾਤਾਰ ਵਿਸਰ ਜਾਂਦਾ ਹੈ। ਜਦੋਂ ਦਾਤਾਰ ਵਿਸਰ ਜਾਂਦਾ ਹੈ, ਇਹਦਾ ਮਰਨਾ ਵੀ ਇਹਦੇ ਚਿੱਤ ਵਿੱਚੋਂ ਭੁੱਲ ਜਾਂਦਾ ਹੈ ਵੀ ਮੈਂ ਮਰਨਾ ਹੈ, ਮੇਰੇ ਜੀਵਨ ਦਾ ਅੰਤ ਆ ਜਾਏਗਾ। ਪਰਾਈ ਚੀਜ਼ ਲਈ ਹਮੇਸ਼ਾ ਹੀ ਇਹਦਾ ਮਨ ਵਿੱਚ ਖਿਆਲ ਬਣਿਆ ਰਹਿੰਦਾ ਹੈ। ਜਿਹੜੀ ਚੀਜ਼ ਸਾਡੀ ਨਹੀਂ ਉਹਦੇ ਵੱਲ ਹਮੇਸ਼ਾ ਦੌੜ ਦੌੜ ਕੇ ਜਾਂਦਾ ਹੈ, ਤੇ ਜੋ ਕੀਤੇ ਹੋਏ ਇਹਦੇ ਕਰਮ ਧਰਮ ਸਗਲੇ ਜਿਹੜੇ ਸਨ ਉਹਨਾਂ ਨੂੰ ਬਰਬਾਦ ਕਰ ਲੈਂਦਾ ਹੈ। ਜੀਵਨ ਦੀ ਬਾਜੀ ਹਾਰ ਜਾਂਦਾ, ਸਵਾਸਾਂ ਦੀ ਪੂੰਜੀ ਮੁੱਕਦੀ ਜਾ ਰਹੀ ਹੈ। ਪਰਮੇਸ਼ਰ ਦਾ ਹੁਕਮ ਕਦੀ ਬੁੱਝਦਾ ਹੀ ਨਹੀਂ, ਇਸ ਵਾਸਤੇ ਇਹਦਾ ਜਨਮ ਮਰਨ ਦਾ ਤਾਣਾ ਜਿਹੜਾ ਹੈ ਉਹ ਤਣਿਆ ਜਾ ਰਿਹਾ ਹੈ। ਅਖੀਰ ਪਛਤਾਵਾ ਇਹਦੇ ਪੱਲੇ ਪੈਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਧਨਾਸਰੀ ਰਾਗ ਵਿੱਚ ਬਚਨ ਆਖਿਆ, ਛੋੜ ਜਾਹੇ ਸੇ ਕਰੇ ਪਰਾਲ, ਕਾਮ ਨਾ ਆਵੇ ਸੇ ਜੰਜਾਲ। ਪਰਾਲ ਕਹਿੰਦੇ ਨੇ ਜਿਹੜਾ ਝੋਨੇ ਨੂੰ ਆਪਾਂ ਝਾੜ ਲੈਂਦੇ ਆ ਨਾ, ਝਾੜਨ ਤੋਂ ਬਾਅਦ ਜਿਹੜਾ ਤੁਹਾਨੂੰ ਪਰਾਲੀ ਬਚਦੀ ਹੈ ਉਹਨੂੰ ਪਰਾਲ ਕਿਹਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਨਾਲ ਮੁਹੱਬਤ ਹੈ, ਇਕੱਠੀ ਉਹਨਾਂ ਨੂੰ ਕਰ ਰਹੇ ਆ। ਕਾਮ ਨਾ ਆਵੇ ਸੇ ਜੰਜਾਲ, ਜੰਜਾਲ ਕਿਹੜੇ ਬਣੇ ਹੋਏ ਨੇ? ਜਿਹੜੀ ਚੀਜ਼ਾਂ ਸਾਡੇ ਕੰਮ ਨਹੀਂ ਆਉਣੀਆਂ। ਜਿਹੜੀ ਚੀਜ਼ ਕੰਮ ਆਉਂਦੀ ਹੈ ਉਹ ਅਸੀਂ ਉਹਨੂੰ ਕਰਦੇ ਨਹੀਂ, ਤੇ ਜੋ ਸਾਡੇ ਕੰਮ ਨਹੀਂ ਆਉਣੀ ਉਹ ਅਸੀਂ ਕਰਦੇ ਹਾਂ। ਸੰਗ ਨਾ ਚੱਲੇ ਤਿੰਨ ਸਿਉ ਹੀਤ, ਜੋ ਬੈਰਾਈ ਸਹੀ ਮੀਤ। ਦੇਖੋ ਕਮਾਲ ਦੇ ਬਚਨ ਹੈ ਗੁਰੂ ਮਹਾਰਾਜ ਦੇ।
कहते ऐसे भरम भूले संसारा, जन्म पदार्थ खोए गवारा। ये राहु की पंक्ति है। इस भुलेखे विच ही तो संसार फसिया होया है, क्योंकि गुरु की शरण विच नहीं पिया। और कीमती जन्म पदार्थ अपना जो है उन्हें गुआ लेंदा है। जन्म बड़ा कीमती है। फिर सतगुरु जी अगे जाके इस शब्द विच कहंदे कहंदे साच धर्म नहीं भावे डिठा। सच धर्म की गल ही उन्हें चंगी नहीं लगती। सच धर्म की गल उन्हें चंगी नहीं लगती। ते करदा की है? झूठ धो स्यों रचियो मीठा। झूठ धो कमाउणा जिंदगी विच अमल विच लिआउंदा और उन्हें मिठा करके करी जाता है। दात प्यारी विसरिया दातारा, जाने नाही मरण विचारा। मरना ही भुल गया। सतगुरु गुरु नानक देव महाराज सियालकोट की धरती ते गए हैं। भाई मरदाना जी नू एक कागज का टुकड़ा दिता है ते कहंदे जा एक पैसे सच ते झूठ पुछ के आ, खरीद के लिया सच ते झूठ की है। भी संसार में जा विचर ते संसार जाके सच ते झूठ का सौदा लैके आ। हुण गल कौन दसे? अखीर सियालकोट ते रहने वाले भाई मूले कोल गया। उसने कागज के टुकड़े ते लिख के दे दिता, मरना सच जीवना झूठ। ये कागज का टुकड़ा लेके भाई मरदाना जी गुरु नानक देव महाराज दे कोल आए। आके कागज दिता, कहते सच कहता है जिन्हें जीवन नू पछाण लिया है। ये भाई मूला आर्थिक पक्ष तो कमजोर है। गुरु की संगत विच आउंदा है, गुरु की संगत करता है और गुरु की संगत विच सतगुरु की रहमत बख्शिश नाल इहदी आर्थिक हालत भी सुधरनी शुरू हो गई। दूजी बारी सतगुरु फिर सियालकोट की धरती ते गए हैं। ये मूला गुरु की संगत विच नहीं आ रहा। सतगुरु जी रोज देखते भाई मूला हाजिर नहीं होया। जाके किसी नूं भेजदे हन, पातशाह जी पता करो भाई मूला क्यों नहीं आ रहा। जवाब मिलता भाई मूला जी घर नहीं हैं। सतगुरु जी ने आप निर्णय किया भी आप चल के भाई मूले के घर ओदा पता करके आइए ते भाई मूला है किथे। भाई मूला क्योंकि माया ने इतना प्रभाव पा लिया, जिहड़ा मरण नूं सच कहंदा सी अज मरण नूं झूठ समझ बैठा। दुनिया के पसारियां दे, दुनिया की ममता दे, दुनिया की माया की पकड़ ने भाई मूले नूं जगड़ लिया। पर भाई मूला हुण गुरु नानक देव साहब दे दर्शन करने भी तैयार नहीं है। कहने लगा समा खराब करांगे। जिवें असीं कहने आ सत संगत विच जाना समा बर्बाद हुंदा है, रोज नितनेम करी जाओ समा बर्बाद हुंदा है, रोज इक्को पाठ करी जाओ समा बर्बाद हुंदा है। ये लोग दलीलां दिंदे ने ना। पर धर्म की दुनिया विच ये गल्लां नहीं हन। सतगुरु भाई मूले दे घर गए। भाई मूला दाणियां वाली जिहदे विच दाणे पा के भड़ोली विच रखी दे हन, उहदे विच जाके छुप गया ते घर वाली नूं कहंदा जा कह देना भाई गुरु नानक साहब जी नूं भी भाई मूला घर नहीं है। रब दे ऐसा कला वरतदी है। इंसान जो मर्जी सोचता रहे, जो मर्जी करता रहे, कि माया विच अन्ना होया मूला सप दी भड़ोली विच वड़िया और सप ने डंग मारिया, मूला उत्थे ही ढेरी हो गया। दुनिया नूं सच समझण वाला मूला अज दुनिया नूं छड्ड के चला गया। और जिहड़े गुरु तो बागी हो जाते हैं, जिहड़े गुरु तो दूर चले जाते हैं, उन्हां नूं मरण की गल ही समझ नहीं आउंदी। सतगुरु जी जिहड़ी गल कहंदे ना, दात प्यारी विसरिया दातारा, जाने नाही मरण विचारा। उन्होंने मरण की गल समझ नहीं आती। वस्त पराई को उठ धावै, पराई वस्तु नहीं दौड़ता है। फिर सतगुरु महाराज सच्चे पातशाह कहते वस्त पराई को उठ रोवै,
ਕਰਮ ਧਰਮ ਸਗਲਾ ਹੀ ਖੂਬ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਰੇ ਹੀ ਕਰਮ ਧਰਮ ਇਹਦੇ ਲੁੱਟੇ ਜਾ ਰਹੇ ਹਨ। ਭਾਵ ਗੁਰੂ ਦੀ ਸ਼ਰਨ ਵਿੱਚ ਹੀ ਨਹੀਂ ਪਿਆ। ਹੁਕਮ ਨਾ ਬੂਝੈ, ਹੁਕਮ ਸਮਝਦਾ ਹੀ ਨਹੀਂ ਵੀ ਹੁਕਮ ਕੀ ਹੈ ਪਰਮੇਸ਼ਰ ਦਾ। ਆਵਰ ਜਾਣੈ ਬਿਨ ਗੁਰ ਭਰਮੇ ਆਵੇ ਜਾਏ। ਹੁਕਮ ਨਾ ਬੂਝੇ, ਗੁਰੂ ਦੇ ਹੁਕਮ ਵਿੱਚ ਚੱਲਣ ਦੀ ਜਾਚ ਹੀ ਨਹੀਂ ਆਈ। ਕਹਿੰਦੇ ਆਵਰ ਜਾਣੇ, ਬਣਿਆ ਰਹੇਗਾ ਚੱਕਰ। ਪਾਪ ਕਰੇ ਤਾਂ ਪਛੋਤਾਣੇ। ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਦੀ ਹਾਲਤ ਹੀ ਹੁੰਦੀ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦਾ। ਕਹਿੰਦੀ ਕਮਾਲ ਹੈ ਗਾਦ ਗੁਰੂ ਸਾਹਿਬ ਜੀ ਨੇ ਕਿੰਨੇ ਡੂੰਘੀ ਫਿਲਾਸਫੀ ਸਾਡੇ ਅੱਗੇ ਰੱਖੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਵਚਨ ਲਿਖਿਆ ਗੌੜੀ ਰਾਗ ਦੇ ਵਿੱਚ ਇਸ ਗੱਲ ਨੂੰ ਸਮਝਾਉਣ ਲਈ। ਕਹਿੰਦੇ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦੇ ਉਹਨਾਂ ਦੇ ਜੀਵਨ ਦਾ ਢੰਗ ਹੀ ਹੋਰ ਹੁੰਦਾ ਹੈ। ਸੁੱਤੇ ਨੂੰ ਜਾਗਦਾ ਆਖਦੇ ਨੇ ਤੇ ਜਾਗਦੇ ਨੂੰ ਸੁੱਤਾ ਆਖਦੇ ਨੇ। ਇੱਥੇ ਕੇਵਲ ਦੁਨਿਆਵੀ ਸੁੱਤੇ ਦੀ ਗੱਲ ਨਹੀਂ ਹੈ। ਜਿਹੜੇ ਬੰਦੇ ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਹਨ ਉਹਨਾਂ ਨੂੰ ਕਹਿੰਦੇ ਨੇ ਠੀਕ ਨੇ, ਤੇ ਜਿਹੜੇ ਜਾਗਦੇ ਹਨ ਮਾਇਆ ਦੀ ਨੀਂਦ ਵਿੱਚੋਂ ਜਾਗ ਪਏ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ। ਮਾਇਆ ਝੂਠੀ ਵੀ ਤਾਂ ਬਹੁਤ ਲੋਕ ਸੁੱਤੇ ਹੋਏ ਨੇ। ਜਾਗਦੇ ਕੌਣ ਨੇ? ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨੇ। ਜਾਗਦੇ ਉਹਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਪਏ ਔਰ ਰਸਨਾ ਤੋਂ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਹਨ। ਜਿਹੜੇ ਵਾਹਿਗੁਰੂ ਦੀ ਯਾਦ ਵਿੱਚ ਹੀ ਨਹੀਂ ਜੁੜੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਹੀ ਨਹੀਂ ਪਏ, ਉਹਨਾਂ ਨੂੰ ਕੀ ਪਤਾ ਜੀਵਨ ਦਾ ਸੱਚ ਕੀ ਹੈ। ਉਹ ਤਾਂ ਜਿਹੜੇ ਸੁੱਤੇ ਹੋਏ ਹਨ ਗੁਰੂ ਦੀ ਬੰਦਗੀ ਕਰਨ ਵਾਲੇ ਲੈ ਵਿਹਲਾ ਹੈ। ਇਹ ਤਾਂ ਹਰ ਵੇਲੇ ਗੁਰਦੁਆਰੇ ਦੀ ਗੱਲ ਹੀ ਕਰਦਾ। ਜਦੋਂ ਬੈਠਦੇ ਹੋਏ ਨੇ ਤਾਂ ਪਾਠ ਦੀ ਗੱਲ ਹੀ ਕਰਨੀ ਹੈ, ਤਾਂ ਭਾਈ ਬਣ ਗਿਆ। ਇਹ ਤਾਂ ਗ੍ਰੰਥੀ ਬਣੇਗਾ, ਗ੍ਰੰਥੀ। ਇਹ ਦਲੀਲਾਂ ਅਸੀਂ ਦਿੰਦੇ ਹਾਂ। ਆਪ ਸਮਾਜ ਵਿੱਚ ਵਿਚਰਦਿਆਂ ਹੋਇਆਂ ਵੀ ਇਹ ਦਲੀਲਾਂ ਸਾਨੂੰ ਦਿੱਤੀਆਂ ਜਾਂਦੀਆਂ ਨੇ। ਜਿਹੜੇ ਜਿਉਂਦੇ ਹਨ ਆਤਮਿਕ ਤੌਰ ਤੇ ਉਹਨਾਂ ਨੂੰ ਮਰੇ ਕਹੀ ਜਾਂਦਾ ਹੈ, ਔਰ ਜਿਹੜੇ ਆਤਮਿਕ ਤੌਰ ਤੇ ਮਰੇ ਹੋਏ ਹਨ ਉਹਨਾਂ ਨੂੰ ਇਹ ਜਿਉਂਦਾ ਕਹਿੰਦਾ ਹੈ। ਭੁਲੇਖਾ ਇਹ ਹੈ ਨਾ, ਇਹੀ ਤਾਂ ਭੁਲੇਖਾ ਹੈ। ਔਰ ਇਹ ਭੁਲੇਖਾ ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਨਾਂ ਦੂਰ ਵੀ ਨਹੀਂ ਹੋ ਸਕਦਾ। ਕਹਿੰਦਾ ਜਿਹੜਾ ਆ ਰਿਹਾ ਹੈ ਉਹਨੂੰ ਜਾਂਦਾ ਕਹਿੰਦਾ ਹੈ, ਤੇ ਜਿਹੜਾ ਜਾ ਰਿਹਾ ਹੈ ਉਹਨੂੰ ਆਉਂਦਾ ਕਹਿੰਦਾ ਹੈ। ਕਿੱਡੀ ਗਲਤ ਬਾਤ ਹੈ, ਕਿੱਡੀ ਪੁੱਠੀ ਸੋਚਣੀ ਹੈ ਇਸ ਮਨੁੱਖ ਦੀ। ਮਨਮੁਖ ਦੀ ਸੋਚਣੀ ਵੀ ਪੁੱਠੀ ਹੈ, ਮਨੁੱਖ ਦੇ ਵਿਚਾਰ ਵੀ ਪੁੱਠੇ ਹਨ। ਜਿਹੜੀ ਆਪਣੀ ਨਹੀਂ ਉਹਨੂੰ ਆਪਣੀ ਕਹੀ ਜਾਂਦਾ, ਜਿਹੜੀ ਆਪਣੀ ਨਹੀਂ ਉਹਨੂੰ ਉਹਦੇ ਨਾਲ ਕਦੀ ਮੁਹੱਬਤ ਨਹੀਂ ਕਰਦਾ। ਦੁਨੀਆ ਦੇ ਪਦਾਰਥ ਆਪਣੇ ਨਹੀਂ ਹਨ, ਉਹਨਾਂ ਨੂੰ ਆਪਣੇ ਕਹਿ ਕੇ ਚੰਬੜੀ ਜਾਂਦਾ ਹੈ। ਔਰ ਜਿਹੜੀ ਚੀਜ਼ ਆਪਣੀ ਹੈ ਉਹਨੂੰ ਚੰਗੀ ਨਹੀਂ ਲੱਗਦੀ, ਉਹਦੇ ਨਾਲ ਮੁਹੱਬਤ ਹੀ ਨਹੀਂ ਪਾਈ, ਪਿਆਰ ਹੀ ਨਹੀਂ ਕੀਤਾ, ਇਸ਼ਕ ਹੀ ਨਹੀਂ ਹੋਇਆ, ਪਦਾਰਥਾਂ ਦੇ ਨਾਲ ਬਣ ਗਈ। ਪਰਮੇਸ਼ਰ ਦਾ ਨਾਮ ਮਿੱਠਾ ਹੈ ਪਰ ਉਹਨੂੰ ਜਪਣ ਲੱਗਿਆ ਇਹਨੂੰ ਜ਼ਹਿਰ ਲੱਗਦੀ ਹੈ। ਮਿੱਠੇ ਕੋ ਕੌੜਾ ਕਹਿੰਦਾ ਤੇ ਕੜਵੇ ਨੂੰ ਮਿੱਠਾ ਕਹਿੰਦਾ। ਦੁਨੀਆ ਦੇ ਪਦਾਰਥ ਜਿਹੜੇ ਕੌੜੇ ਹਨ, ਸ਼ਰਾਬ ਦੇ ਪਿਆਲਿਆਂ ਨੂੰ ਇਹ ਬੜੇ ਆਨੰਦ ਨਾਲ ਮੰਨਦਾ ਹੈ। ਨਸ਼ਿਆਂ ਵਿੱਚ ਕਿੱਦਾਂ ਗਲਤਾਨ ਹੁੰਦਾ। ਗੁਰੂ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਕਮਾਲ ਦਾ ਨਕਸ਼ਾ ਖਿੱਚਿਆ। ਦੇਖੋ ਭੁਲੇਖਾ ਹੀ ਹੈ ਨਾ। ਜਿਹੜਾ ਭੁਲੇਖਾ ਕਦੋਂ ਬਣਦਾ? ਜਦੋਂ ਗਿਆਨ ਨਾ ਹੋਵੇ। ਜਦੋਂ ਗਿਆਨ ਹੋ ਜਾਏ ਉਦੋਂ ਭੁਲੇਖਾ ਨਹੀਂ ਬਣਦਾ। ਸਤ ਸੰਗਤ ਖਿਆਲ ਰੱਖਣਾ, ਗਿਆਨ ਗੁਰੂ ਇੱਕੋ ਹੈ। ਗੁਰੂ ਗਿਆਨ ਦਿੰਦਾ ਨਾ। ਜਦੋਂ ਸਾਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਹੈ ਉਦੋਂ ਭੁਲੇਖਾ ਲੱਗਦਾ ਹੈ। ਗਿਆਨ ਹੋ ਜਾਏ ਭੁਲੇਖਾ ਨਹੀਂ ਲੱਗਦਾ। ਭੁਲੇਖੇ ਵਿੱਚ ਤਾਂ ਇਨਸਾਨ, ਔਰ ਇਹ ਵੀ ਗੱਲ ਨਾਲ ਹੈ ਵੀ ਜਦੋਂ ਭੁਲੇਖਾ ਉਦੋਂ ਲੱਗਦਾ ਜਦੋਂ ਹਨੇਰਾ ਹੁੰਦਾ ਹੈ। ਅਧਿਆਤਮਿਕ ਜੀਵਨ ਦਾ ਹਨੇਰਾ ਵੀ ਇਨਸਾਨ ਨੂੰ ਭੁਲੇਖੇ ਵਿੱਚ ਰੱਖਦਾ ਹੈ। ਰਾਤ ਦਾ ਹਨੇਰਾ ਹੋਵੇ, ਅਸੀਂ ਕਿਸੇ ਦੇ ਕੋਈ ਸਾਡੇ ਘਰ ਆ ਜਾਏ ਤੇ ਆ ਕੇ ਸਾਨੂੰ ਛੂਹ ਲਵੇ ਤੇ ਅਸੀਂ ਕਹਿੰਦੇ ਕੌਣ ਹੈ? ਮੈਂ ਤੈਨੂੰ ਦੇਖ ਨਹੀਂ ਸਕਦਾ, ਕਿਉਂ ਭੁਲੇਖਾ ਹਨੇਰਾ ਰਾਤ ਦਾ। ਰਾਤ ਦੇ ਹਨੇਰੇ ਵਿੱਚ ਤਾਂ ਭਰਾ ਵੀ ਬੇਗਾਨਾ ਲੱਗਣ ਲੱਗ ਪੈਂਦਾ ਹੈ। ਇਨਸਾਨ ਡਰਦਾ ਹੈ, ਆਪਣਾ ਮਿੱਤਰ ਵੀ ਬੇਗਾਨੇ ਲੱਗਦੇ ਨੇ। ਹਨੇਰਾ, ਹਨੇਰੇ ਵਿੱਚ ਹੀ ਭੁਲੇਖਾ ਲੱਗਦਾ।
ਭੁਲੇਖਾ ਕੀ ਹੈ? ਗਿਆਨ ਨਹੀਂ ਹੈ ਅੰਦਰ। ਦੇਖੋ ਘਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਕਮਾਲ ਦੀ ਗੱਲ ਲਿਖੀ ਹੈ। ਗੌੜੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਲਿਖਿਆ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਵੀ ਸੁੱਤੇ ਨੂੰ ਜਾਗਦਾ ਕਹਿੰਦਾ ਹੈ ਤੇ ਜਾਗਦੇ ਨੂੰ ਸੁੱਤਾ ਕਹੀ ਜਾਂਦਾ ਹੈ। ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ। ਘਰ 'ਚ ਮੌਤ ਹੋ ਜਾਏ, ਗ੍ਰਸਤੀ ਹੈ, ਮਰਨਾ ਹਰ ਘਰ ਵਿੱਚ ਹੈ, ਮਰਨਾ ਹਰ ਘਰ ਵਿੱਚ ਹੈ। ਮੌਤ ਹੋ ਜਾਏ, ਦੇਖੋ ਘਰ ਦੇ ਜੀ ਉਹਦੇ ਆਸ-ਪਾਸ ਬੈਠੇ ਹੋਏ ਇੱਕ ਦੂਜੇ ਦਾ ਵਿਚਾਰਾਂ ਕਰਦੇ ਨੇ, ਮੌਤ ਹੋ ਗਈ ਹੈ, ਮਨ ਉਦਾਸੀ ਵਿੱਚ ਚਲਾ ਜਾਂਦਾ ਹੈ। ਜਾਣਾ ਨਹੀਂ ਚਾਹੀਦਾ ਪਰ ਚਲਾ ਜਾਂਦਾ ਹੈ, ਕਿਉਂਕਿ ਨੇ ਮੁਹੱਬਤ ਹੈ, ਮੁਹੱਬਤ 'ਚ ਸੀ, ਮੋਹ 'ਚ ਸੀ, ਮੋਹ ਦੀ ਫਾਹੀ ਐਡੀ ਸੀ, ਜਦੋਂ ਚਲਾ ਗਿਆ ਉਦੋਂ ਉਦਾਸੀ ਸਿਰ ਸੁੱਟ ਕੇ ਬਹਿ ਗਏ, ਰੋਣਾ ਧੋਣਾ ਵੀ ਸ਼ੁਰੂ ਕਰ ਦਿੰਦੇ ਆ। ਪਰ ਘਰ ਦੇ ਵਿੱਚ ਖੇਡਦੇ ਹੋਏ ਬੱਚੇ ਨੂੰ ਵੇਖਿਆ ਜੇ, ਬੱਚੇ ਖੇਡਦੇ ਨੇ, ਉਹਨਾਂ ਦਾ ਭਾਵੇਂ ਬਾਪ ਵੀ ਮਰ ਗਿਆ ਹੋਵੇ, ਉਹਨਾਂ ਨੂੰ ਖੇਡ ਪਿਆਰੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਮਰਨਾ ਕੀ ਹੈ, ਭੁਲੇਖਾ ਹੈ। ਹੱਸਦੇ ਕਿਉਂ ਨੇ? ਉਹ ਖੇਡਦੇ ਹੱਸਦੇ ਨੇ ਸਾਥੀਆਂ ਨਾਲ, ਆਪਣੇ ਦੋਸਤਾਂ ਨਾਲ, ਮਿੱਤਰਾਂ ਨਾਲ, ਉਹਨਾਂ ਨੂੰ ਮਰਨ ਦਾ ਕੋਈ ਪਤਾ ਨਹੀਂ, ਭੁਲੇਖਾ ਹੈ। ਬਿਲਕੁਲ ਇਹੋ ਹੀ ਭੁਲੇਖਾ ਤਾਂ ਸਾਡੇ ਵਿੱਚ ਹੈ। ਅਸੀਂ ਅਧਿਆਤਮਿਕ ਤੌਰ ਤੇ ਮਰ ਚੁੱਕੇ ਹਾਂ, ਔਰ ਫਿਰ ਵੀ ਗਿਆਨ ਤੋਂ ਸੱਖਣੇ ਉਹਨਾਂ ਬੱਚਿਆਂ ਵਾਂਗੂ ਹੱਸੀ ਜਾਂਦੇ ਆ, ਆਪਣੇ ਆਪ ਨੂੰ ਜਿਉਂਦਾ ਸਮਝਦੇ ਆ। ਜਦ ਤੱਕ ਸਾਡਾ ਇਹ ਭੁਲੇਖਾ ਦੂਰ ਨਹੀਂ ਹੁੰਦਾ, ਗੁਰੂ ਸਾਹਿਬ ਜੀ ਨੇ ਕਿੰਨੀਆਂ ਉਦਾਹਰਨਾਂ ਦਿੱਤੀਆਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿੰਦੇ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, जीवत को मुआ कहे मुए नहीं रोता, आवत को जाता कहे जाते को आया, परकी को अपनी कहे अपनों नहीं पाया। भी सब चीज़ां चंगियां, एक राम दा नाम प्यारा, परमेश्वर दा नाम जिहड़ा सी वो बगाना हो गया, बाकी सारियां चंगियां। फिर कहते मीठे को कौड़ा कहे कड़ुए को मीठा, राते की निंदा करे ऐसा कल मैं डीठा। ਰਾਤੇ ਦਾ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ, ਰਾਤੇ ਉਹਨਾਂ ਦੇ ਅਗੇਂਸਟ ਬੋਲਣਾ, ਉਹਨਾਂ ਦੇ ਖਿਲਾਫ ਬੋਲਣਾ ਹੈ, ਇਹ ਕਰਦਾ ਹੀ ਕਿਉਂ ਹੈ? ਕਹਿੰਦੇ ਯੁੱਗ ਦਾ ਧਰਮ ਇਹੋ ਜਿਹਾ ਹੀ ਹੈ, ਲੋਕੀ ਇਹੋ ਜਿਹੇ ਹੀ ਹਨ। ਕੱਲ ਦਾ ਇੱਥੇ ਕਿਸੇ ਕਲਯੁਗ ਦਾ ਨਾਮ ਨਹੀਂ ਹੈ। ਕਹਿੰਦੇ ਸਮਾਜ ਦੀ ਰੀਤ ਹੈ, ਸਮਝੋ ਜਦੋਂ ਇਹੋ ਜਿਹੀ ਅਵਸਥਾ ਹੋਵੇ ਉਹ ਕਲਯੁਗ ਹੈ, ਜਦੋਂ ਇਹੋ ਜਿਹੇ ਹਾਲਾਤ ਬਣ ਜਾਏ, ਜਦੋਂ ਗੁਰੂ ਦੀ ਸ਼ਰਨ ਨਾ ਹੋਵੇ। ਫਿਰ ਚੇਰੀ ਕੀ ਸੇਵਾ ਕਰੇ ਠਾकुर नहीं दिसै। लो असली गल है, भुलेखा है। चेरी की सेवा करे, चेरी की सेवा करें ठाकुर नहीं दिसै। दसो भाई हालात ये हो गई, छप्पड़ दे पानी ना उन्होंने रिड़की जाता है तो 10 मक्खन कितों निकल आएगा? वो भोलिया भुलेखे चो बाहर आ। सतगुरु जी ने जिहड़ी आखिर ते गल कीती ना, कहंदे असल जे असलीयत नूं कोई समझ लवे, इस पद में जो अर्थाए ले सो गुरु हमारा, ये गल समझण वाली है। भी जिहड़ा उपरलियां चीजां नूं सारी गल समझ लवे, जे मक्खण कड्ढना तो दुध रिड़कना पेगा। कदी पानी विचों, फिर गंदे पानी विचों पाखर छप्पड़ नूं आखदे ने, पोखर जिथे लफ्ज आया कि छप्पड़ का गंदा पानी, पानी रिड़ के मक्खन थोड़ी निकलेगा, दुध रिड़ के मक्खन निकलता है। बंदा सारी जिंदगी रगड़दा रहे, भुलेखे विच पिया होया, कदी उहदे बंधन कट्टे जाणगे नहीं। सतगुरु जी ने गल समझा दी है भी इस पद जो अर्थाए ले सो गुरु हमारा। जिहड़ा इस गल नूं समझ लवे, असल विच ओही ज्ञान नाल असीं उहनूं ज्ञानवान मनदे हां। ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਹੈ ਉਹ ਫਿਰ ਆਪਣੇ ਆਪ ਦੀ ਪਹਿਚਾਣ ਵੀ ਕਰ ਲੈਂਦਾ ਹੈ। ਨਾਨਕ ਚੀਨੇ ਆਪ ਕੋ ਸੋ ਅਪਰ ਅਪਾਰਾ, ਉਹ ਫਿਰ ਆਪਣੇ ਆਪ ਦੀ ਪਹਿਚਾਣ ਵੀ ਕਰ ਲੈਂਦਾ ਹੈ। ਤੋ ਭੁਲੇਖੇ ਵਿੱਚ ਇਨਸਾਨ ਦਾ ਜੰਮਣ ਮਰਨਾ ਨਹੀਂ ਕੱਟਿਆ ਜਾ ਸਕਦਾ, ਭੁਲੇਖਾ ਹੈ। ਇਸ ਭੁਲੇਖੇ ਦੀਆਂ ਦੀਵਾਰਾਂ ਨੂੰ ਤੋੜਨ ਲਈ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਉਣਾ ਬੜਾ ਜ਼ਰੂਰੀ ਹੈ। ਤੋ ਸਤਿਗੁਰੂ ਜੀ ਨੇ ਜਿਹੜੀ ਗੱਲ ਅੱਜ ਆਰੰਭ ਕੀਤੀ, ਕਹਿੰਦੇ ਬਿਨ ਗੁਰ ਭਰਮੈ ਆਵੇ ਜਾਏ, ਵੀ ਗੁਰੂ ਤੋਂ ਬਿਨਾਂ ਇਹ ਭੁਲੇਖਾ ਨਹੀਂ ਦੂਰ ਹੋਣਾ। ਔਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ
ਉਹਦਾ ਜੰਮਣਾ ਤੇ ਮਰਨਾ ਤੇ ਭਟਕਣਾ ਦਾ ਤਾਣਾ ਇਹੋ ਹੀ ਤਣਿਆ ਰਹਿੰਦਾ ਹੈ। ਆਉਂਦਾ ਤੇ ਜਾਂਦਾ, ਜਾਂਦਾ ਤੇ ਆਉਂਦਾ। ਇਹ ਗੱਲ ਉਹਨੂੰ ਉਹਦੀ ਜ਼ਿੰਦਗੀ ਦਾ ਹਿੱਸਾ ਹੀ ਬਣ ਜਾਂਦੀ ਹੈ। ਗੁਰੂ ਸਾਹਿਬ ਜੀ ਫਿਰ ਕਹਿੰਦੇ ਬਿਨ ਗੁਰ ਘਾਲ ਨਾ ਪਵੀ ਥਾਏ। ਘਾਲ ਦਾ ਅਰਥ ਹੈ ਮਿਹਨਤ, ਉਦਮ। ਇਹ ਵੀ ਗੱਲ ਬੜੀ ਸਮਝਣ ਵਾਲੀ ਹੈ ਵੀ ਘਾਲ ਕੀ ਹੈ। ਘਾਲ ਦਾ ਅਰਥ ਉਦਮ, ਮਿਹਨਤ। ਥਾਏ ਨਹੀਂ ਪੈਂਦੀ, ਕਹਿੰਦੇ ਪਰਵਾਰ ਨਹੀਂ ਹੁੰਦੀ। ਮਿਹਨਤ ਕਬੂਲ ਨਹੀਂ ਹੁੰਦੀ ਕਿਉਂਕਿ ਉਹਦੀ ਘਾਲਣਾ ਹੰਕਾਰ ਵਿੱਚ ਹੈ। ਦੇਖੋ ਘਾਲ ਤੋਂ ਬਿਨਾਂ ਤਾਂ ਗੱਡੀ ਚੱਲਦੀ ਨਹੀਂ ਨਾ। ਮਨੁੱਖਾਂ ਦਾ ਜੀਵਨ ਅਸਲ ਵਿੱਚ ਘਾਲਣਾ ਦਾ ਇੱਕ ਸੰਗ੍ਰਹਿ ਹੈ। ਜੇ ਵਿਚਾਰ ਕਰਕੇ ਦੇਖੀਏ ਨਾ, ਮਨੁੱਖ ਦਾ ਜੀਵਨ ਘਾਲਣਾ ਦਾ ਸੰਗ੍ਰਹਿ ਹੈ। ਔਰ ਮਨੁੱਖ ਵੱਖ-ਵੱਖ ਕਿਸਮ ਦੀਆਂ ਘਾਲਣਾ ਘਾਲਦੇ ਨੇ। ਰੋਜ਼ੀ ਕਮਾਉਣ ਲਈ ਵੀ ਘਾਲਣਾ ਘਾਲਣੀ ਪੈਂਦੀ ਹੈ। ਪਰਿਵਾਰ ਪਾਲਣ ਲਈ ਵੀ ਘਾਲਣਾ ਘਾਲਣੀ ਪੈਂਦੀ ਹੈ। ਇੱਥੋਂ ਤੱਕ ਜਿਹੜੇ ਘਰ ਛੱਡ ਜਾਂਦੇ ਨੇ ਉਹਨਾਂ ਨੂੰ ਵੀ ਘਾਲਣਾ ਘਾਲਣੀ ਪੈਂਦੀ ਹੈ। ਬਿਨਾਂ ਘਾਲਣਾ ਤੋਂ ਨਹੀਂ। ਕੋਈ ਸਰੀਰ ਤਪਾਉਣ ਦੀ ਘਾਲਣਾ ਘਾਲ ਰਿਹਾ, ਕੋਈ ਪਰਬਤਾਂ ਤੇ ਚੜ ਕੇ ਕੰਦਰਾਂ ਵਿੱਚ ਛੁਪਣ ਦੀ ਘਾਲਣਾ ਹੈ, ਤਾਂ ਘਾਲਣਾ ਹੀ ਹੈ ਨਾ। ਘਾਲਣਾ ਤਾਂ ਘਾਲਦੀ ਜਾ ਰਹੀ ਹੈ ਔਰ ਘਾਲਣਾ ਵਿੱਚ ਜੀਵਨ ਬੀਤਦਾ ਤੁਰਿਆ ਜਾਂਦਾ ਹੈ। ਘਾਲਣਾ ਘਾਲਦੇ 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 ਇਹ ਤੁਰਿਆ ਜਾਂਦਾ ਹੈ। ਦੇਖੋ ਕੋਈ ਚੰਗੀ ਘਾਲਣਾ ਘਾਲਦਾ ਹੈ ਤੇ ਕੋਈ ਮਾੜੀ ਘਾਲਣਾ ਘਾਲਦਾ। ਘਾਲਣਾ ਤਾਂ ਘਾਲਣਾ ਹੀ ਹੈ। ਚੰਗੀ ਘਾਲਣਾ ਘਾਲਣ ਵਾਲੇ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ ਔਰ ਮੰਦੀ ਘਾਲਣਾ ਘਾਲਣ ਵਾਲੇ ਜੀਵਨ ਦੀ ਬਾਜੀ ਹਾਰ ਜਾਂਦੇ ਹਨ। ਚੰਗੀ ਘਾਲਣਾ ਘਾਲਣ ਵਾਲੇ ਲਈ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਨੇ ਜਪ ਜੀ ਦੇ ਆਖਰੀ ਸ਼ਲੋਕ ਵਿੱਚ ਇਹ ਗੱਲ ਕਹੀ, ਜਿਨੀ ਨਾਮ ਤੇ ਆਇਆ ਗੇ ਮਸ਼ਕਤ ਘਾਲ। ਘਾਲਣਾ ਤਾਂ ਹੀ ਹੈ ਨਾ। ਉਹਨਾਂ ਦੀ ਘਾਲਣਾ ਪ੍ਰਵਾਨ ਹੋ ਗਈ। ਉਹ ਪਰਮੇਸ਼ਰ ਦੇ ਘਰ 'ਚ ਉਜਲਾ ਮੁਖ ਲੈ ਕੇ ਚਲੇ ਗਏ, ਘਾਲਣਾ ਪ੍ਰਵਾਨ ਹੋ ਗਈ। ਪਰ ਜਿਹੜੇ ਘਾਲਣਾ ਵੀ ਇਸ ਜੀਵਨ 'ਚ ਉਹ ਕਰਦੇ ਨੇ ਜਿਹਦੇ ਵਿੱਚੋਂ ਕੋਈ ਲਾਭ ਨਾ ਮਿਲੇ, ਉਸ ਘਾਲਣਾ ਨੂੰ ਅਸਫਲ ਘਾਲਣਾ ਮੰਨਿਆ ਜਾਂਦਾ ਹੈ। ਘਾਲਣਾ ਤਾਂ ਘਾਲ ਹੀ ਹੈ ਪਰ ਘਾਲਣਾ ਵਿੱਚੋਂ ਲਾਭ ਨਹੀਂ ਮਿਲਿਆ। ਜਿਹੜੀ ਘਾਲਣਾ ਗੁਰੂ ਦੇ ਗਿਆਨ ਲੈ ਕੇ ਨਾ ਘਾਲੀ ਜਾਏ, ਉਸ ਘਾਲਣਾ ਵਿੱਚੋਂ ਕੁਝ ਨਹੀਂ ਜੇ ਮਿਲਦਾ। ਦੇਖੋ ਘਾਲਣਾ, ਮੈਂ ਗੱਲ ਇਹ ਕਰ ਲਵਾਂ, ਮਨੁੱਖ ਦਾ ਜੀਵਨ ਹੀ ਅਸਲ 'ਚ ਘਾਲਣਾ ਤਾਂ ਸ਼ੁਰੂ ਹੁੰਦਾ ਹੈ। ਹਾਲੇ ਬੱਚਾ ਜਨਮ ਲੈਂਦਾ, ਹਾਲੇ ਬਹੁਤ ਛੋਟਾ ਹੈ, ਕੁਝ ਸੰਸਾਰ ਦਾ ਪਤਾ ਵੀ ਨਹੀਂ, ਪਰ ਘਾਲਣਾ ਉਹਨੂੰ ਵੀ ਘਾਲਣੀ ਪੈ ਰਹੀ ਹੈ। ਕਾਹਦੇ ਲਈ? ਆਪਣੀ ਖੁਰਾਕ ਲਈ। ਭੁੱਖ ਲੱਗਦੀ ਹੈ ਤੇ ਰੋਂਦਾ। ਬਿਨਾਂ ਰੋਣ ਤੋਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਂਦੀ, ਇੱਕ ਆਮ ਕਹਾਵਤ ਹੈ। ਬੱਚੇ ਦੀ ਘਾਲਣਾ ਲਈ ਬੱਚਾ ਘਾਲਣਾ ਘਾਲਦਾ ਹੈ, ਰੋਣਾ ਉਹਦੀ ਘਾਲਣਾ ਹੈ। ਤੇ ਜੇ ਉਹਦੀ ਘਾਲਣਾ ਦੇ ਉਹਦੀ ਰੋਣ ਦੀ ਆਵਾਜ਼ ਸੁਣ ਕੇ ਮਾਂ ਦੁੱਧ ਦੇ ਦੇਵੇ ਤੇ ਘਾਲਣਾ ਪ੍ਰਵਾਨ ਹੈ, ਤੇ ਜੇ ਨਹੀਂ ਦਿੱਤਾ ਤਾਂ ਉਹਦੀ ਘਾਲਣਾ ਵਿਅਰਥ ਚਲੀ ਗਈ। ਦੇਖੋ ਘਾਲਣਾ ਤਾਂ ਘਾਲਣਾ ਹੀ ਹੈ ਨਾ। ਸਟੂਡੈਂਟ ਹਨ, ਵਿਦਿਆਰਥੀ ਹਨ, ਆਪਾਂ ਵੀ ਸਕੂਲਾਂ 'ਚ ਗਏ, ਪੜ੍ਹਾਈ ਕਰਦੇ ਆ, ਪੜ੍ਹਦੇ ਆ, ਸਾਰਾ ਸਾਲ ਪੜ੍ਹਦੇ ਆ। ਪੜ੍ਹਾਈ ਲਈ ਆਪਣੀ ਨੀਂਦ ਵੀ ਤਿਆਗਣੀ ਪੈਂਦੀ ਹੈ, ਪੜ੍ਹਾਈ ਲਈ ਆਪਣੇ ਸਾਥੀਆਂ ਦੇ ਨਾਲ ਖੇਡ ਵੀ ਤਿਆਗਣੀ ਪੈਂਦੀ ਹੈ, ਪੜ੍ਹਾਈ ਲਈ ਸਾਰੀ ਘਾਲਣਾ ਘਾਲਣੀ ਪੈਂਦੀ ਹੈ। ਪੜ੍ਹਾਈ ਘਾਲਣਾ ਹੈ। ਜੇ ਘਾਲਣਾ ਘਾਲਣ ਤੋਂ ਬਾਅਦ ਇਨਸਾਨ ਪਾਸ ਹੋ ਜਾਏ ਤੇ ਘਾਲਣਾ ਪ੍ਰਵਾਨ ਹੈ, ਤੇ ਜੇ ਘਾਲਣਾ ਘਾਲਣ ਤੋਂ ਬਾਅਦ ਫੇਲ ਹੋ ਜਾਏ ਤੇ ਘਾਲਣਾ ਵਿਅਰਥ ਚਲੀ ਗਈ। ਕਹਿੰਦੇ ਤੇਰੇ ਐਵੇਂ ਘਾਲਣਾ ਹੀ ਵਿਅਰਥ ਚਲੀ ਗਈ। ਆਮ ਅਸੀਂ ਕਹਾਵਤ ਵੀ ਵਰਤਦੇ ਆ। ਇਹ ਸੰਸਾਰ ਦੀ ਘਾਲ ਹੈ ਜਿਹੜੀ ਘਾਲਣਾ ਘਾਲੀ ਜਾ ਰਿਹਾ, ਘਾਲੀ ਜਾ ਰਿਹਾ, ਘਾਲੀ ਜਾ ਰਿਹਾ। ਇਨਸਾਨ ਜੀਵਨ ਦਾ ਹਰ ਪਹਿਲੂ ਹੀ ਕਿਸੇ ਨਾ ਕਿਸੇ ਘਾਲਣਾ ਦੇ ਉੱਤੇ ਹੀ ਖੜਾ ਹੈ। ਪੜ੍ਹਨਾ ਘਾਲਣਾ, ਬੱਚੇ ਦਾ ਰੋਣਾ ਵੀ ਘਾਲਣਾ। ਤੇ ਜੇ ਇਹ ਘਾਲਣਾ ਘਾਲਦੇ ਘਾਲਦੇ ਪ੍ਰਵਾਨ ਨਾ ਹੋਵੇ ਤਾਂ ਫਿਰ ਘਾਲਣਾ ਦਾ ਕੋਈ ਮੁੱਲ ਨਹੀਂ ਪੈਂਦਾ। ਧਰਮ ਵੀ ਦੀ ਦੁਨੀਆ ਵਿੱਚ ਵੀ ਘਾਲਣਾ ਹੈ। ਧਰਮ ਦੀ ਦੁਨੀਆ ਦੀ ਘਾਲਣਾ ਆਮ ਘਾਲਣਾ ਨਾਲੋਂ ਔਖੀ ਹੈ। ਘਾਲਣਾ ਘਾਲਣੀ ਪੈਂਦੀ ਹੈ। ਔਰ ਇਸ ਘਾਲਣਾ ਦਾ ਰਸਤਾ ਜਿਹੜਾ ਗੁਰੂ ਦੱਸਦਾ ਵੀ ਕਿੱਦਾਂ ਦੀ ਘਾਲਣਾ ਘਾਲ।
नहीं तो आसा की वार पढ़ के देख लो, आसा की वार गुरु नानक साहब जी की पढ़ो, समझ आ जाएगी सानू। एक नक्शा खिंचा घालना दा गुरु नानक देव महाराज ने, पर घालना पिछे ज्ञान नहीं सी, घालना व्यर्थ चली गई। घालना विच हम घालना दे विच घाली हुई घालना दे विच ओहदी हौं सी, मेरी सी, वो घालना दा कोई मुल नहीं पिया। उस घालना का जिक्र गुरुदेव पातशाह जी ने, गुरु नानक देव महाराज ने साडे सामने कर दिता। कहंदे आसा की वार विच कहंदे पढ़ पुस्तक संध्या बादंग। जिहड़ा श्लोक असीं पढ़दे आ, जरा ख्याल नाल पढ़िया करिए तो सारी गल समझ आ जाए। कि पुस्तक पढ़नी कोई माड़ी गल तो नहीं सी, संध्या करनी कोई माड़ी गल तो नहीं, ਉਹਦੀ चर्चा करनी भी कोई माड़ी गल नहीं। आपां भी तो हुण चर्चा ही कर रहे हैं। गुरु नानक देव महाराज ने भी तो सिद्धा नाल चर्चा ही की। सिद्धा नाल चर्चा कादी कीती? उन्हां दी घालना नूं, तुहाडी घालना, उन्हां नूं घालना दस्सण लई भी तुसीं घालना तां घालदे हो, पर तुहाडी इस घालना दा कोई थां नहीं है, कोई टिकाणा नहीं है। घालना परवान नहीं होनी, क्योंकि ये घालना जिहड़ी है ये तुहाडी परवान नहीं होनी। तुहाडी घाली होई घालना जिहड़ी है वो, क्योंकि इहदे विच ज्ञान नहीं है। ज्ञान होएगा तो घालना परवान होएगा। तो गुरु साहब जी ने गल बड़ा वधिया कमाल दा श्लोक लिखिया। कहंदे पढ़ पुस्तक पंडित, घालना तो तू भी घालदा है। घालना पंडित दा मतलब धार्मिक दुनिया विच विचरण वाला, संध्या भी करता है। तेरा धर्म है संध्या करना। सिल पूजस बगल समाधंग, समाधि ला के भी बैठा है बगले वाली, पर तेरी समाधि विच क्रोध, समाधि विच की है? कपट है। समाधि इस तरह लाई हुई है दूजिਆਂ ਨੂੰ ਲੁੱਟਣ। ਘਾਲਣਾ ਤਾਂ तेरी समाधि ਲਾਉਂਦੀ ਹੈਗੀ ਹੈ ना, पर घालना ਦੀ भावना ठीक नहीं। जे घालना ਦੀ भावना ठीक नहीं है तो उस घालना घाली ਦਾ ਕੀ ਲਾਭ ਕੀ है? व्यर्थ चली जाएगी। कहते समाधियां भी लाउना है, घालना भी घालना है, पत्थरां की पूजा भी करी जाना, मुख झूठ विभूखण सारंग, बड़े श्रृंगार के झूठ बोलता है। विभूखण का सजाना, गहने पाने, झूठ बोलिया पर इदा सजा के भी सच ही लगे, बोलता झूठ है। देखो काल किदां दी है। धर्म की दुनिया की घालना दी गुरु महाराज ने जिक्र किया ना, कहते घाल तो भी करता है। धर्म के मार्ग से चलन वाला भी अपने आप तो कहता है, पर अंदर कपट है। फिर त्रिपाल की गल की। त्रिपाल तिहाल विचारंग, तीन पालां वाला। तीन पालां वाला की है? त्रिपाल, पाल का अर्थ होंदा लाइन। पाल असीं कहने पालां विच बैठ जाओ, लाइनां च बैठ जाओ। इंग्लिश असीं लाइन कहने, वैसे तो पाल सी। हुण साडे पंजाबी च भी असीं लाइनां ही मारदे हां। लफ्ज़ हुंदा सी पालां विच बैठ जाओ, पाल बना लो। तो कहते हैं तीन पालां वाला, त्रिपाल। तिहाल का अर्थ होंदा है तीन वारी। ते त्रिपाल की हो गया? तिना पालां, तीन लाइनां वाला मंत्र, गायत्री मंत्र। और चंगी चीज है, पढ़ना चाहिए। जिहड़े पढ़ते हैं उन्होंने दुनिया का, उन्होंने धर्म आखदा पढ़ना। कहते तीन लाइनां वाला गायत्री मंत्र इस वास्ते पढ़दा है भी लोग मैनूं धर्मी समझण। तीन बारी पढ़ना, तुहाडी उपदेश है तीन बारी पढ़न दा। जिवें इस्लाम विच नमाज 5 बारी पढ़न दा हुक्म है, गुरमत विच 2 वेले दा नितनेम है। ये गायत्री मंत्र 3 वेले पढ़न की गल कीती है। तिहाल 3 बारी पढ़ना। कहते तेरे ये भी धर्म करना। घालना किड्डी औखी है, सौखी घालना थोड़ी है। गल माला तिलक लिलाटन, तिलक भी मत्थे ते चमकदा होया लाया कि दूरों देख के समझ ला रहा भी ब्राह्मण आ रहा है, भाव धर्म दा आगू आ रहा है। तिलक दियां भी 3 लाइनां खिंचियां हुई ने, और दूरों चमकदा होया तिलक लाया, ते गल च माला भी पाई हुई है धर्मी दिखाउण लई। घाल तां तेरी भी है। गल माला तिलक लिलाटंग, दोए धोती वस्त्र कपाटंग। कपाटंग कहते सिर नूं कपाट खोल जाणगे, कहते कपाट खुल गए। 2 धोतियां रखदा, एक धोती बन्नी हुई है, एक हत्थ विच है, ते जदों मंत्र पढ़ना उहनूं सिर ते रख लैंदा। आसा की वार है, गुरु साहब ने कमाल दे नक्श खिंचे इस आसा दे वार दे विच, जिहड़ी रोज पढ़न दा एवें नहीं हदायत कीती गुरुद्वारियां विच, गुरु घरां विच। इसे वास्ते कीती है भी इहदे तां जीवन दे तत्त हन। कहते जे जानस ब्रह्मंग कर्मंग, सब फोकट निश्चयो कर्मंग।
कहते जान लई निश्चय करके, जे तू समझदा ना भी ये धर्म दे कर्म ने, पर तेरे अंदर इहदी घालना ठीक नहीं है, तेरी घालना ठीक नहीं है, क्योंकि तेरी घालना दे विच कपट है। ते जिहड़ी घालना गुरु दी शरण पैण तो बिना कीती जाए ਉਹਦੇ ਵਿੱਚ कपट ही ਹੁੰਦਾ है। इंसान अपने मतलब ਦੀ घालना ही घालदा है, घालना ਤਾਂ बिजनेसमैन भी घालदा है, सारा दिन दुकान ते बैठा घालना ही है ना, घालना नौकरी वाला भी घालदा है, 10 घंटे ਦੀ ड्यूटी देनी है, घालना ਉਹਦੀ, पर घालना ਦੇ ਪਿੱਛੇ ਕੀ है, ਦੇਖਣ ਵਾਲੀ ਗੱਲ ਇਹ ਹੈ। ਗੁਰੂ ਸਾਹਿਬ ਕਹਿੰਦੇ ਵੀ ਦੇਖੋ ਇਹ ਘਾਲਨਾ ਤਾਂ ਤੁਹਾਡੀ ਹੈ, पर गल समझ लै ख्याल नाल, कहो नानक निश्चो ध्यावे, फिर सतगुर बाट ना पावे। कहंदे ठीक है ये तू घालना घाली है, पर तेरी घालना थाई नहीं पई। क्यों नहीं थाई पई? क्योंकि तेरी घालना घालन पिछे ज्ञान नहीं है, तू अनजाने विच लोकां नूं ठक्कण लई ये घालना घाली जा रहा है। जिहड़ी घालना गुरु दी शरण पैण तो बिना कीती जावे ਉਹ ਘਾਲਣਾ ਦੀ ਕੋਈ ਮੁੱਲ ਹੀ ਨਹੀਂ ਹੈ। ਤੇ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਗੁਰ ਬਿਨ ਗੁਰ ਘਾਲ ਨਾ ਪਵੀ ਥਾਏ, ਤੇ ਘਾਲ ਤਾਂ ਕਰ, ਥਾਂ ਉਦੋਂ ਪਏਗੀ ਜੇ ਹੋਰ ਅਸੀਂ ਅਕਸਰ ਵਾਰ ਨੂੰ ਲੈ ਲੈਂਦੇ ਆ। ਪੜ੍ਹਦੇ ਪੜ੍ਹਦੇ ਕਮਾਲ ਗੁਰੂ ਸਾਹਿਬ ਜੀ ਦੇ ਕਿੰਨਾ ਨਕਸ਼ਾ ਖਿੱਚ ਕੇ ਰੱਖਤਾ। ਉਹਦੇ ਚ ਕਹਿੰਦੇ ਨੇ ਅੰਧੀ ਰਈਅਤ ਗਿਆਨ ਵੀ ਹੋਣੀ, ਭਾਏ ਭਰੇ ਮੁਰਦਾਰ, ਚੱਟੀਆਂ ਭਰਦੀ ਹੈ ਗਿਆਨ ਤੋਂ ਵੀ ਹਣੀ ਅੰਧੀ ਪ੍ਰਜਾ ਜਿਹੜੀ ਹੈ। ਕਿਉਂ? ਕਿਉਂਦੇ ਗਿਆਨੀ ਨੱਚੇ ਵਾਜੇ ਵਾਵੇਂ, ਰੂਪ ਕਰੇ ਸ਼ਿੰਗਾਰ। ਲੋ ਜੀ ਗਿਆਨਵਾਨ ਨੱਚਦੇ ਨੇ। ਦੇਖੋ ਕਿਆ ਕਮਾਲ ਦੇ ਬੋਲ ਗੁਰੂ ਸਾਹਿਬ ਲਿਖਦੇ ਵੀ ਧਰਮ ਦੇ ਬਾਣਾ ਪਾ ਕੇ ਨੱਚਦੇ ਨੇ। ਅੱਜ ਵੀ ਉਹ ਕੁਝ ਹੋ ਰਿਹਾ ਧਰਮ ਦੇ ਨਾਂ ਦੇ ਉੱਤੇ, ਔਰ ਉੱਚੀ ਉੱਚੀ ਆਪਣੇ ਆਪ ਨੂੰ ਸ਼ਿੰਗਾਰਿਆ ਵੀ ਹੋਇਆ। ਕੂਕਾਂ ਵੀ ਉੱਚੀਆਂ ਉੱਚੀਆਂ ਕੱਢਦੇ ਨੇ, ਬਾਜਾਂ ਵੀ ਉੱਚੀਆਂ ਉੱਚੀਆਂ ਕੱਢਦੇ ਨੇ। ਉੱਚੇ ਕੂਕੇ ਵਾਦਾ ਗਾਵੇਂ, ਜੋਧਾ ਕਾਂ ਵਿਚਾਰ, ਜੋਧਿਆਂ ਦੀਆਂ ਬਾਰਾਂ ਗਾਉਂਦੇ ਨੇ। ਫਿਰ ਕਹਿੰਦੇ ਮੂਰਖ ਪੰਡਤ ਹਿਕਮਤ ਹੁਜਤ, ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇਂ, ਮੰਗੇ ਮੋਖ ਦੁਆਰ। ਇਹ ਸਾਰੀ ਘਾਲਣਾ ਹੀ ਤਾਂ ਹੈਗੀ ਹੈ। ਪੰਡਤ ਵੀ ਤਾਂ ਆਪਣੀ ਘਾਲਣਾ ਘਾਲਦਾ ਹੀ ਆ ਨਾ। ਕਹਿੰਦੇ ਆਪਣਾ ਹੁਕਮ ਚਲਾਉਂਦਾ ਮੂਰਖ ਪੰਡਤ। ਮੂਰਖ ਕਿਉਂਕਿ ਪੰਡਤ ਤਾਂ ਸਿਆਣਾ ਹੁੰਦਾ। ਇੱਥੇ ਬਹੁ ਵਚਨ ਹੈ, ਪੰਡਤ ਇੱਕ ਵਚਨ ਨਹੀਂ ਹੈ। ਇੱਕ ਪੰਡਤ ਦੀ ਗੱਲ ਨਹੀਂ ਕੀਤੀ ਜਿੱਥੇ ਮੂਰਖ ਪੰਡਤ ਤਾਂ ਤੈਨੂੰ ਗੌਂਕੜ ਨਹੀਂ ਹੈ। ਕਹਿੰਦੇ ਨੇ ਧਰਮ ਦੀ ਘਾਲਣਾ ਤੇ ਵੀ ਘਾਲਦਾ ਹੈ, ਇੱਕ ਆਪਣਾ ਹੁਕਮ ਚਲਾਉਂਦਾ, ਪਰ ਇਹਦਾ ਭਾਵਨਾ ਜੋ ਮੇਰਾ ਹੁਕਮ ਚੱਲਣਾ ਚਾਹੀਦਾ ਕਿ ਸਾਡੇ ਧਰਮ ਦੇ ਆਗੂਆਂ ਦੀ ਇਹ ਭਾਵਨਾ ਨਹੀਂ ਹੈ। ਪਹਿਲੇ ਪੰਡਤ ਦੀ ਗੱਲ ਥੋੜੀ ਕੀਤੀ ਹੈ। ਧਰਮ ਦਾ ਕੋਈ ਆਗੂ ਹੋਵੇ ਉਹਦੀ ਭਾਲਣਾ, ਜਦੋਂ ਇਹੋ ਜਿਹੀ ਘਾਲਣਾ ਘਾਲੀ ਜਾਏਗੀ, ਘਾਲਣਾ ਪਰਵਾਰ ਨਹੀਂ ਹੋਣੀ। ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਦੇਖੋ ਮੂਰਖਾ, ਤੂੰ ਹਿਕਮਤ ਕਹਿੰਦਾ, ਹੁਜਤਾਂ ਵੀ ਕਰਦਾ, ਦਲੀਲਾਂ ਵੀ ਦੇਣਾ ਆਪਣਾ ਹੁਕਮ ਬਣਾਉਣ ਦੇ ਲਈ। ਭਾਵੇਂ ਝੂਠ ਬੋਲ ਰਿਹਾ ਹੋਵੇ, ਸੱਚ ਦੇ ਤਖਤ ਤੇ ਬੈਠ ਕੇ ਵੀ ਝੂਠ ਬੋਲਦਾ ਹੋਵੇ, ਫਿਰ ਵੀ ਦਲੀਲਾਂ ਦੇ ਕਹਿੰਦਾ ਮੈਂ ਸੱਚ ਹੀ ਬੋਲਿਆ, ਮੈਂ ਤਾਂ ਸੱਚ ਹੀ ਤਾਂ ਕਿਹਾ। ਤੇ ਗੁਰੂ ਪਾਤਸ਼ਾਹ ਜੀ ਨੇ ਇਹ ਘਾਲਣਾ ਨੂੰ ਪਰਵਾਰ ਨਹੀਂ ਕੀਤਾ। ਧਰਮ ਕਮਾਉਂਦਾ, ਆਪਣਾ ਧਰਮ ਵੀ ਗਵਾ ਲਿਆ। ਮੰਗਦਾ ਕਹਿੰਦੇ ਧਰਮੀ ਜਿਹੜੇ ਨੇ ਉਹ ਵੀ ਘਾਲਣਾ ਘਾਲਦੇ ਨੇ, ਪਰ ਉਹਨਾਂ ਦੇ ਭਾਵਨਾ ਵੀ ਸਾਨੂੰ ਮੁਕਤੀ ਮਿਲ ਜਾਏ। ਕਿਸੇ ਫਲ ਦੀ ਇੱਛਾ ਰੱਖ ਕੇ ਕੀਤੀ ਹੋਈ ਘਾਲਣਾ ਵੀ ਪਰਵਾਰ ਨਹੀਂ ਹੈ। ਤੂੰ ਘਾਲਣਾ ਘਾਲ, ਗੁਰੂ ਤੇਰੇ ਤੇ ਨਦਰ ਕਰਮ ਬਖਸ਼ਿਸ਼ ਕਰੇਗਾ, ਉਸ ਘਾਲਣਾ ਨੂੰ ਪ੍ਰਵਾਨ ਕਰੇਗਾ। ਬਸ ਘਾਲਣਾ ਦੇ ਪਿੱਛੇ ਮੰਗਣਾ ਜਾਇਜ਼ ਨਹੀਂ ਹੈ। ਇੰਨੇ ਪਾਠ ਕਰਾਂਗੇ ਤੇ ਆਹ ਮਿਲ ਜਾਏ, ਸਤਿਗੁਰੂ ਆਹ ਦੇਵੇ ਤੇ ਇੰਨੇ ਪਾਠ ਕਰਾਂਗੇ, ਅਸੀਂ ਇੰਨੀ ਘਾਲਣਾ ਘਾਲਾਂਗੇ, ਅਸੀਂ ਨੰਗੇ ਪੈਰੀ ਆਵਾਂਗੇ, ਅਸੀਂ ਫਲਾਣਾ ਕੰਮ ਕਰਾਂਗੇ। ਇਹ ਘਾਲਣਾ ਤਾਂ ਹੈ, ਲੇਕਿਨ ਇਸ ਘਾਲਣਾ ਪਿੱਛੇ ਗਿਆਨ ਨਹੀਂ ਹੈ, ਗੁਰੂ ਦੀ ਨਦਰ ਕਰਮ ਨਹੀਂ, ਬਖਸ਼ਿਸ਼ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਇਸ ਘਾਲਣਾ ਵਿੱਚ ਗੁਰੂ ਦਾ ਹਿੱਸਾ ਨਹੀਂ ਪਿਆ। ਸਤਿਗੁਰੂ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਬਿਨ ਗੁਰ ਘਾਲ ਨਾ ਪਵੀ ਥਾਏ। ਗੁਰੂ ਤੋਂ ਬਿਨਾ ਇਹ ਘਾਲ ਪਰਵਾਰ ਨਹੀਂ ਹੁੰਦੀ, ਉਹਨਾਂ ਦੀ ਘਾਲਣਾ ਵੀ ਵਿਅਰਥ ਹੀ ਚਲੀ ਜਾਂਦੀ ਹੈ। ਬਿਨ ਗੁਰ ਮਨੁਆ ਅਤ ਡੋਲਾਏ, ਵੀ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਇਹ ਮਨ ਵੀ ਬੜਾ ਇਹ ਜਿਹੜਾ ਹੈ ਡੋਲਦਾ ਰਹਿੰਦਾ ਹੈ। ਕਿੰਨੀ ਦੇਰ ਡੋਲਦਾ ਹੈ? ਜਦ ਤੱਕ ਮਨ ਦੇ ਭਰਮ ਹਨ, ਭੁਲੇਖੇ ਹਨ। ਗੁਰੂ ਅਰਜਨ ਸਾਹਿਬ ਕਹਿੰਦੇ ਆਸਾ ਰਾਗ ਵਿੱਚ ਡਿੱਗਰ ਡੋਲਾ ਤਉ ਲੋ ਜੋ ਮਨ ਕੇ ਭਰਮਾ।
ਵੀ ਜਿੰਨੀ ਦੇਰ ਭੁਲੇਖਾ ਸੀ ਉਨੀ ਦੇਰ ਡੁੱਲਦਾ ਹੈ, ਪਰ ਭਰਮ ਕਾਟੇ ਗੁਰ ਆਪਣੇ ਪਾਏ ਬਿਸਰਾਮਾ। ਜੇ ਗੁਰੂ ਦੀ ਸ਼ਰਨ ਪੈ ਜਾਂਦਾ ਤੇ ਟਿਕ ਜਾਂਦਾ ਮਨ, ਕਿਉਂਕਿ ਗੁਰੂ ਦੀ ਸ਼ਰਨ ਵਿੱਚ ਨਹੀਂ ਪਿਆ, ਇਸ ਕਰਕੇ ਡਿੱਗਣ ਡੋਲਾ ਬਣਿਆ ਰਿਹਾ। ਮਨ ਡੋਲਦਾ ਹੈ ਬਿਨ ਗੁਰ ਮਨੁਆ ਅਤ ਡੋਲਾਏ। ਕਹਿੰਦੇ ਜਦੋਂ ਗੁਰੂ ਦੀ ਸ਼ਰਨ ਵਿੱਚ ਭੋਲਿਆ ਪੈ ਜਾਵੇ, ਫਿਰ ਤਾਂ ਓਏ ਬੇਖਾਦੀ ਦੁਖੀਆ ਤੇ ਗੁਰ ਤੇ ਹੂਟੇ, ਹਮ ਛੂਟੇ ਅਬ ਉਹਨਾਂ ਤੇ, ਓਏ ਹਮ ਤੇ ਛੂਟੇ। ਜਿਹੜੇ ਦੁੱਖ ਦੇਣ ਵਾਲੇ ਸੀ ਉਹ ਤਾਂ ਸਾਰੇ ਛੱਡ ਗਏ, ਪਰ ਡਿੱਗਣ ਡੋਲਾ ਤਾਂ ਹੀ ਹੈ ਜਦ ਤੱਕ ਤੈਨੂੰ ਗੁਰੂ ਦੀ ਸ਼ਰਨ ਨਸੀਬ ਨਹੀਂ ਹੋਈ। ਇਹ ਮਨ ਡੋਲਦਾ ਹੀ ਰਹਿੰਦਾ ਹੈ। ਤੂੰ ਕਦੀ ਖਿਆਲ ਕੀਤਾ ਗੁਰੂ ਦੇ ਸ਼ਰਨ ਵਿੱਚ ਆ? ਜਿਹੜੇ ਗੁਰੂ ਦੇ ਸ਼ਰਨ ਵਿੱਚ ਪੈਂਦੇ ਨੇ ਗੁਰੂ ਵਾਲੇ ਬਣ ਜਾਂਦੇ, ਗੁਰੂ ਤੇ ਭਰੋਸਾ ਰੱਖਦੇ, ਉਹਨਾਂ ਨੂੰ ਪਤਾ ਹੈ ਮੇਰੀ ਜ਼ਿੰਦਗੀ ਦੀ ਕਾਰ ਮੇਰਾ ਸਤਿਗੁਰੂ ਕਰ ਰਿਹਾ ਹੈ। ਉਹਨੂੰ ਇੱਕ ਭਰੋਸਾ ਹੁੰਦਾ ਹੈ, ਉਹ ਡੋਲਦਾ ਨਹੀਂ। ਭਾਈ ਬੁੱਧੂ ਦਾ ਆਵਾ ਕੱਚਾ ਦੇ ਜਾਂ ਕਮਾਲ ਦੀ ਗੱਲ ਸੀ। ਬੁੱਧੂ ਦਾ ਆਵਾ ਕੱਚੇ ਵਾਲੀ ਸਾਖੀ ਆਉਂਦੀ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨ ਵਿੱਚ, ਪਰ ਵਿਕੀਆਂ ਪੱਕੇ ਦੇ ਭਾਅ, ਕਿਉਂਕਿ ਸਿੱਖ ਨੇ ਇਹ ਕਹਿਤਾ ਸੀ ਆਵਾ ਕੱਚਾ ਰਹੇਗਾ। ਕਹਿੰਦਾ ਮੇਰਾ ਮਕਸਦ ਇਹ ਹੈ ਵੀ ਘਾਲ ਥਾਂ ਪੈਂਦੀ ਹੈ ਭਰੋਸਾ ਤੇ ਵਿਸ਼ਵਾਸ ਦੇ ਨਾਲ। ਗੁਰੂ ਤੋਂ ਸ਼ਰਨ ਪੈਣ ਤੋਂ ਬਿਨਾਂ ਮਨ ਡੋਲਦਾ ਹੀ ਰਹਿੰਦਾ ਹੈ। ਸਤਿਗੁਰੂ ਜੀ ਫਿਰ ਕਹਿੰਦੇ ਜੀ, ਬਿਨ ਗੁਰ ਤ੍ਰਿਪਤ ਨਹੀਂ ਵਿਖ ਖਾਏ। ਕਦੀ ਜ਼ਹਿਰ ਖਾ ਕੇ ਵੀ ਕੋਈ ਰੱਜਦਾ? ਜ਼ਹਿਰ ਖਾ ਕੇ ਦੁਨੀਆ ਦੇ ਪਦਾਰਥ ਮਾਣ ਕੇ ਵੀ ਕੋਈ ਰੱਜਦਾ? ਇਹ ਤਾਂ ਅੱਗ ਵਾਂਗੂ, ਹੋਰ ਤਾਂ ਇਹਦੇ ਤ੍ਰਿਸ਼ਨਾ ਦੀ ਅੱਗ ਬਲਦੀ ਹੈ, ਹੋਰ ਜਜ਼ਬਾ ਤੇਜ਼ ਹੋ ਜਾਂਦਾ ਹੈ। ਜਿਵੇਂ ਜਿਵੇਂ ਦੁਨੀਆ ਦੇ ਪਦਾਰਥਾਂ ਦਾ ਚੋਗਾ ਇਸ ਨੂੰ ਪਾਈ ਜਾਓ, ਇਹ ਰੱਜਦਾ ਨਹੀਂ, ਇਹਦੀ ਭੁੱਖ ਹੋਰ ਵੱਧਦੀ ਜਾਂਦੀ ਹੈ। ਸਾਈਕਲ ਤੋਂ ਸਕੂਟਰ, ਸਕੂਟਰ ਤੋਂ ਕਾਰ, ਕਾਰ ਤੋਂ ਵੱਡੀ ਕਾਰ, ਵੱਡੀ ਕਾਰ ਤੋਂ ਹਵਾਈ ਜਹਾਜ਼। ਕਿੱਥੇ ਕਿੱਥੇ ਇਨਸਾਨ ਦੀ ਸੋਚ ਹੈ। ਇਹਨੂੰ ਤਰੱਕੀ ਨਾ ਸਮਝੋ। ਜੇ ਇਹ ਜਜ਼ਬੇ ਅੰਦਰ ਤ੍ਰਿਸ਼ਨਾ ਦੀ ਅੱਗ ਵਾਂਗੂ ਬਲਦੇ ਹਨ ਤਾਂ ਇਹ ਆਤਮਿਕ ਦੁਨੀਆ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਰੁਕਾਵਟ ਹਨ। ਬਿਨ ਗੁਰ ਤ੍ਰਿਪਤ ਨਹੀਂ ਵਿਖ ਖਾਏ। ਜ਼ਹਿਰ ਜਨਮ ਨਹੀਂ ਦਿੰਦੀ, ਜ਼ਹਿਰ ਮੌਤ ਦਿੰਦੀ ਹੈ। ਦੁਨੀਆ ਦੇ ਪਦਾਰਥ ਜਨਮ ਨਹੀਂ ਦਿੰਦੇ, ਦੁਨੀਆ ਦੇ ਪਦਾਰਥਾਂ ਦੇ ਵਿੱਚ ਮੌਤ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਆਦਮੀ ਦੁਨੀਆ ਦੇ ਪਦਾਰਥਾਂ ਦੇ ਨਾਲ ਜੁੜੇ ਰਹਿੰਦੇ ਹਨ, ਹੁਣ ਘਾਲ ਥਾਂ ਕਦੋਂ ਪੈਂਦੀ ਹੈ? ਗੁਰੂ ਪਾਤਸ਼ਾਹ ਜੀ ਨੇ ਵੀ ਗੱਲ ਦਿੱਤੀ ਗੁਰਬਾਣੀ ਦੇ ਅੰਦਰ, ਕਹਿੰਦੇ ਨੇ ਭਾਉ ਲਾਗਾ ਗੋਬਿੰਦ ਸਿਉ ਘਾਲ ਪਾਈ ਥਾਏ। ਭਾਉ ਲੱਗ ਜਾਏ ਜੇ ਗੋਬਿੰਦ ਨਾਲ ਤਾਂ ਫਿਰ ਘਾਲ ਥਾਂ ਪੈਂਦੀ ਹੈ। ਫਿਰ ਇਹ ਦੁਨੀਆ ਦੇ ਪਦਾਰਥਾਂ ਤੋਂ ਮਮਤਾ ਟੁੱਟਦੀ ਹੈ। ਫਿਰ ਜ਼ਹਿਰ ਤੋਂ ਬੰਦਾ ਸਮਝ ਲੈਂਦਾ ਹੈ ਜ਼ਹਿਰ ਹੈ। ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਜਾਏ, ਭਾਉ ਲੱਗ ਜਾਏ, ਪਿਆਰ ਲੱਗ, ਮੁਹੱਬਤ ਬਣ ਜਾਏ, ਫਿਰ ਉਹਦੇ ਹਿਰਦੇ ਦੇ ਖੇਤ ਵਿੱਚ ਵਾਹਿਗੁਰੂ ਦਾ ਨਾਮ ਦਾ ਬੀਜ ਉੱਗ ਪੈਂਦਾ ਹੈ। ਖੇਤ ਮੇਰੇ ਜੰਮਿਆ ਨਖੁੱਟ ਨਾ ਕਬਹੂ ਜਾਏ। ਇਸ ਹਿਰਦੇ ਦੇ ਖੇਤ ਵਿੱਚ ਉਹ ਬੀਜ ਜੰਮਦਾ ਹੈ। ਤੇ ਉਹ ਕਿਹੜਾ ਬੀਜ ਜੰਮਦਾ ਹੈ? ਗੁਰੂ ਪਾਤਸ਼ਾਹ ਕਹਿੰਦੇ ਭਾਉ ਦਾ ਪ੍ਰੇਮ ਦੇ ਨਾਲ ਨਾਮ ਦਾ ਬੀਜ। ਫਿਰ ਪਾਇਆ ਮੂਲ ਪਦਾਰਥੋਂ ਛੋੜ ਨਾ ਕਦਹੂ ਜਾਏ। ਐਸਾ ਪਦਾਰਥ ਮਿਲਦਾ ਹੈ ਤੇ ਉਹਦੇ ਨਾਲ ਹੁੰਦਾ ਕੀ ਹੈ? ਕਹੋ ਨਾਨਕ ਸੁਖ ਪਾਇਆ ਰੱਜ ਗਿਆ, ਤ੍ਰਿਪਤ ਰਹੇ ਅਗਾਏ। ਮੁੜ ਕੇ ਭੁੱਖ ਨਹੀਂ ਲੱਗਦੀ। ਦੁਨੀਆ ਦੇ ਪਦਾਰਥਾਂ ਵਿੱਚ ਜ਼ਹਿਰ ਹੈ, ਭੁੱਖ ਹੈ, ਲੇਕਿਨ ਅਧਿਆਤਮ ਗੁਰੂ ਦੇ ਨਾਮ ਵਿੱਚ ਬੰਦਗੀ ਵਿੱਚ ਸੁੱਖ ਹੈ, ਤ੍ਰਿਪਤੀ ਹੈ। ਬਿਨ ਗੁਰ ਬਿਸਿਰ ਦੱਸੇ ਮਰਵਾਟ। ਬਿਸਿਰ ਕਹਿੰਦੇ ਸੱਪ ਨੂੰ, ਦੱਸੇ ਦਾ ਅਰਥ ਹੈ ਦੱਸਣਾ, ਡੰਗ ਮਾਰਦਾ। ਲੋ ਵੀ ਇਹ ਗੁਰੂ ਦੀ ਸ਼ਰਨ ਵਿੱਚ ਜਾਓ, ਭੁਲੇਖਾ ਉਦੋਂ ਹੀ ਲੱਗਦਾ ਹੈ। ਇਹ ਵੀ ਬੜੀ ਕਮਾਲ ਦੀ ਗੱਲ ਗੁਰੂ ਪਾਤਸ਼ਾਹ ਨੇ ਲਿਖੀ। ਕਹਿੰਦੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾਂ ਜਗਤ ਦਾ ਮੋਹ ਰੂਪੀ ਸੱਪ ਡੰਗ ਮਾਰਦਾ ਹੈ, ਔਰ ਜ਼ਿੰਦਗੀ ਦੇ ਸਫ਼ਰ ਵਿੱਚ ਅੱਧ ਵਾਟੇ ਆਤਮਿਕ ਮੌਤੇ ਹੀ ਮਰ ਜਾਈਦਾ ਹੈ। ਆਤਮਿਕ ਮੌਤ ਹੋ ਗਈ। ਜਿਸ ਦੀ ਆਤਮਿਕ ਮੌਤ ਹੋ ਗਈ ਉਹ ਭਾਵੇਂ ਸਾਰੀ ਜ਼ਿੰਦਗੀ ਖਾਂਦਾ ਰਹੇ, ਸਾਰੀ ਜ਼ਿੰਦਗੀ ਪੈਂਦ ਭੁਲੇਖਾ ਹੀ ਹੈ ਨਾ, ਉਹਨੂੰ ਭਰਮ ਹੀ ਹੈ ਨਾ ਉਹਦਾ ਮੈਂ ਜਿਉਂਦਾ। ਅਸਲ ਵਿੱਚ ਤਾਂ ਉਹਦੀ ਮੌਤ ਹੋ ਗਈ, ਉਹ ਤਾਂ ਮਰਿਆ ਹੋਇਆ ਹੈ। ਖਿਆਲ ਕਰਨਾ। ਗੁਰੂ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ ਗੁਰਬਾਣੀ ਦੇ ਵਿੱਚ ਵੀ, ਬਈ ਸੱਪ ਕਦੋਂ ਲੱਗਦਾ, ਐਡਾ ਸੱਪ ਕਦੋਂ ਡੰਗਦਾ। ਦੇਖੋ ਬੰਦਾ ਰਾਤ ਨੂੰ ਤੁਰਿਆ ਜਾਂਦਾ, ਰਸਤੇ ਵਿੱਚ ਰੱਸੀ ਪਈ ਹੋਵੇ ਤੇ ਬੰਦੇ ਨੂੰ ਦੂਰੋਂ ਸੱਪ ਨਜ਼ਰ ਲੱਗਦਾ ਹੈ, ਸੱਪ ਲੱਗਦਾ ਹੈ। ਹੁਣ ਸੱਪ, ਜੇ ਸੱਪ ਬੈਠਾ ਹੋਵੇ ਬੰਦਾ ਨੂੰ ਰੱਸੀ ਸਮਝ ਲਵੇ, ਇਹ ਵੀ ਭੁਲੇਖਾ ਹੈ। ਦੋ ਭੁਲੇਖੇ ਨੇ ਨਾ।
ਵੀ ਰੱਸੀ ਨੂੰ ਸੱਪ ਸਮਝ ਲੈਣਾ ਤੇ ਸੱਪ ਨੂੰ ਰੱਸੀ ਸਮਝ ਲੈਣਾ। ਇਹੋ ਹੀ ਸਾਡੀ ਜ਼ਿੰਦਗੀ ਦੀ ਖੇਡ ਹੈ। ਅਸੀਂ ਰੱਸੀ ਨੂੰ ਸੱਪ ਸਮਝੀ ਬੈਠੇ ਆ ਤੇ ਸੱਪ ਨੂੰ ਰੱਸੀ ਸਮਝੀ ਬੈਠੇ ਆ। ਦੇਖੋ, ਜੇ ਰੱਸੀ ਨੂੰ ਸੱਪ ਸਮਝ ਬੈਠਿਆ, ਡਰ ਨਾਲ ਬੰਦਾ ਮਰ ਗਿਆ, ਤੇ ਸੱਪ ਨੂੰ ਰੱਸੀ ਸਮਝ ਗਿਆ ਤੇ ਹੱਥ ਪਾਇਆ ਤੇ ਮਰ ਗਿਆ। ਦੋਨੇ ਪਾਸੇ ਮੌਤ ਕਿਹੜੀ, ਸਾਡੀ ਆਤਮਿਕ ਮੌਤ। ਵਿਸਿਰ ਤਾਂ ਡੰਗ ਮਾਰੇ ਗਈ, ਅੱਧ ਵਾਟੇ ਕੱਟੇ ਗਏ। ਇਹ ਹਨੇਰਾ ਦੂਰ ਕਦੋਂ ਹੁੰਦਾ? ਤਾਂ ਸਤਿਗੁਰੂ ਦੇ ਆਖਰੀ ਪੰਕਤੀ ਚ ਕਹਿੰਦੇ, ਬਈ ਨਾਨਕ ਗੁਰਬਿਨ ਘਾਟੇ ਘਾਟ। ਬਈ ਸਤਿਗੁਰ ਦੇ ਹੁਕਮ ਵਿੱਚ ਤੁਰਨ ਤੋਂ ਬਿਨਾ ਮਨੁੱਖ ਨੂੰ ਆਤਮਿਕ ਜੀਵਨ ਵਿੱਚ ਹਮੇਸ਼ਾ ਹੀ ਘਾਟਾ ਹੀ ਘਾਟਾ ਹੈ, ਲਾਭ ਹੋ ਹੀ ਨਹੀਂ ਸਕਦਾ। ਨਫਾ ਨੁਕਸਾਨ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਨਫਾ ਹੁੰਦਾ, ਇੱਕ ਨੁਕਸਾਨ ਹੁੰਦਾ। ਜਿਹੜਾ ਬੰਦਾ ਨੁਕਸਾਨ ਕਰਦੇ ਕਹਿੰਦੇ ਛੱਡ, ਤੈਨੂੰ ਤਾਂ ਵਪਾਰ ਕਰਨਾ ਨਹੀਂ ਆਇਆ, ਹੱਟੀ ਵੀ ਕਰਨੀ ਹੈ, ਰਾਸ ਵੀ ਗਵਾ ਲਈ। ਉਹ ਭੋਲਿਆ, ਜੀਵਨ ਦੀ ਹੱਟੀ ਤੇ ਵੀ ਤੇ ਇਹੋ ਜਿਹੀ ਹੈ ਨਾ। ਇੱਕ ਯਾਦ ਰੱਖੀ ਸਾਰੰਗ ਰੰਗ ਦਾ ਬਚਨ, ਅਬ ਪੁੱਛੇ ਕਿਆ ਕਹਾ, ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਬਰ ਬਿਖਿਓ ਗਹਿ ਰਹਾ। ਸਾਰੰਗ ਰੰਗ ਦਾ ਬਚਨ ਗੁਰੂ ਅਰਜਨ ਦੇਵ ਮਹਾਰਾਜ ਦਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 1203 ਦੇ ਉੱਤੇ। ਕਹਿੰਦੇ ਜਦੋਂ ਤੈਨੂੰ ਪੁੱਛਿਆ ਜਾਣਾ ਨਾ, ਉੱਥੇ ਕੀ ਜਵਾਬ ਦੇਵੇਂਗਾ? ਕੰਮ ਤਾਂ ਤੂੰ ਕੀਤਾ ਕੋਈ ਨਹੀਂ, ਜਿਸ ਕੰਮ ਲਈ ਆਇਆ ਸੀ ਉਹ ਕੰਮ ਨਹੀਂ ਕੀਤਾ। ਅਬ ਪੁੱਛੇ, ਪੁੱਛਣਾ ਤਾਂ ਹੈ ਹੀ ਹੈ ਨਾ, ਕਿਆ ਕਹਾ, ਕਿਆ ਜਵਾਬ ਦੇਵੇਂਗਾ? ਜਵਾਬ ਤਾਂ ਹੀ ਦੇਵੇ ਨਾ, ਉਦੋਂ ਬੰਦਾ ਸਿਰ ਨੀਵੀਂ ਕਰਕੇ ਬੈਠ ਜਾਂਦਾ ਹੈ। ਜਦੋਂ ਕਿਸੇ ਨੇ ਗਲਤ ਕੰਮ ਕਰ ਲਿਆ ਹੋਵੇ ਨਾ, ਜਦੋਂ ਉਹਦਾ ਬੌਸ ਪੁੱਛ ਲਵੇ, ਉਹਨੂੰ ਗੱਲ ਕਰੇ, ਅੱਗੋਂ ਸਿਰ ਨੀਵਾਂ ਜਿਹਾ ਕਰ ਲੈਂਦਾ, ਕਹਿੰਦਾ ਜਵਾਬ ਤਾਂ ਹੈ ਹੀ ਕੋਈ ਨਹੀਂ ਉਹਦੇ ਕੋਲ, ਗਲਤੀਆਂ ਤਾਂ ਕਰ ਬੈਠਾ, ਗਲਤੀ ਤਾਂ ਹੋ ਗਈ। ਤੇ ਇਹੋ ਹੀ ਗੱਲ ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਾਰੰਗ ਰਾਗ ਚ, ਕਹਿੰਦੇ ਪੁੱਛਣਾ ਤਾਂ ਭਾਈ ਹੈਗਾ ਹੀ ਹੈ, ਇਹ ਨਾ ਸੋਚੀ ਤੇਰੀ ਪੁੱਛਗਿੱਛ ਨਹੀਂ ਹੋਣੀ। ਅਬ ਪੁੱਛੇ ਕਿਆ ਕਹਾ, ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਬਰ ਬਿਖਿਓ ਗਹਿ ਰਹਾ। ਤੂੰ ਤਾਂ ਜ਼ਹਿਰ ਵਿੱਚ ਉਲਝਿਆ ਰਿਹਾ। ਪਰਮੇਸ਼ਰ ਦਾ ਨਾਮ ਨੀਕੋ ਦਾ ਹੁੰਦਾ ਸ੍ਰੇਸ਼ਟ, ਵਧੀਆ ਨਾਮ ਲੈ ਲਈ ਆਇਆ ਸੀ, ਉਹ ਤੋਂ ਲਿਆ ਕੋਈ ਨਾ, ਤੇ ਜ਼ਹਿਰ ਵਿੱਚ ਫਸਿਆ ਰਿਹਾ। ਦੁਰਲਭ ਜਨਮ ਚਿਨਕਾਲ ਪਾਇਓ, ਜਾਤੂ ਕੌਡੀ ਬਦਲਹਾ। ਜਨਮ ਮਿਲਿਆ ਸੀ ਕੀਮਤੀ, ਤੇ ਕੌਡੀਆਂ ਦੇ ਭਾਅ ਗਵਾਤਾ। ਜਿਹੜਾ ਬੰਦਾ ਰਤਨਾਂ ਨੂੰ ਕੌਡੀਆਂ ਦੇ ਭਾਅ ਵੇਚ ਜਾਵੇ, ਉਹ ਸਿਆਣਾ ਕਵਾਂਗੇ? ਉਹ ਤਾਂ ਮਹਾਮੂਰਖਾਂ ਦਾ ਮੂਰਖ ਹੈ, ਮੂਰਖਾਂ ਸਿਰ ਮੂਰਖ ਹੈ। ਜਿਹੜਾ ਰਤਨ ਨੂੰ, ਕੀਮਤੀ ਪਦਾਰਥ ਨੂੰ ਮਿੱਟੀ ਵਿੱਚ ਰੋਲ ਦੇਵੇ, ਉਹ ਤਾਂ ਮਹਾਮੂਰਖ ਕਿਹਾ ਜਾਂਦਾ। ਉਹਨੂੰ ਘਾਟਾ ਹੀ ਘਾਟਾ ਹੈ। ਨਾਨਕ ਗੁਰਬਿਨ ਘਾਟੇ ਘਾਟ ਹੈ, ਉਹਨੂੰ ਤਾਂ ਫਾਇਦਾ ਨਹੀਂ, ਲਾਭ ਕੋਈ ਨਹੀਂ, ਕਿਉਂਕਿ ਰਤਨ ਵੀ ਉਹਨੇ ਤਾਂ ਗਵਾ ਦਿੱਤੇ, ਆਪਣੀ ਦੁਰਲਭ ਪੂੰਜੀ ਵੀ ਗਵਾ ਦਿੱਤੀ। ਕਾਥੂਰੀ ਕੋ ਗਾਹ ਕੇ ਆਇਓ, ਆਇਆ ਸੀ ਕਥੂਰੀ ਲੈ ਲਈ, ਖੁਸ਼ਬੂਦਾਰ ਪਦਾਰਥ, ਪਰ ਲਾਦਿਓ ਕਾਲਰ ਬਿਰਖ ਜਵਾਹਾਂ। ਜਵਾਨ ਹੁੰਦੇ ਨੇ ਜਿਹੜੇ ਕਣਕ ਦੇ ਵਿੱਚ ਫਾਲਤੂ ਜਿਹੇ ਬੂਟੇ ਉੱਗ ਪੈਂਦੇ ਨੇ, ਜਿਨ੍ਹਾਂ ਨੂੰ ਪੁੱਟ ਕੇ ਬਾਹਰ ਸੁੱਟੀ, ਕਹਿੰਦੇ ਜਮੀ ਉੱਗ ਪਈ ਖੇਤ ਚ, ਜਮੀ ਉੱਗ ਪਈ, ਪੁੱਟ ਕੇ ਬਾਹਰ ਸੁੱਟੋ ਤਾਂ ਕਣਕ ਨੂੰ ਵੀ ਖਰਾਬ ਕਰ ਦੇਗੀ। ਕਹਿੰਦੇ ਪੰਡ ਉਹਦੀ ਬੰਨ ਲਈ, ਆਇਆ ਸੀ ਤੂੰ ਲਾਭ ਲਾਭਣ ਦੇ ਲਈ। ਲਾਦਿਓ ਕਾਲਰ ਬਿਰਖ ਜਵਾਹਾਂ, ਜਿਵੇਂ ਕਲਰ ਦੀ ਖੇਤੀ ਵਿੱਚ ਉੱਗੇ ਹੋਏ ਜਵਾਂ ਦੇ ਬੂਟੇ ਹੁੰਦੇ ਹਨ, ਉਹਨਾਂ ਨੂੰ ਲੱਦ ਲਿਆ। ਉਹ ਜਵਾਹਾਂ ਦੇ ਬੂਟੇ ਲੱਦਣ ਵਾਲਿਆ, ਇਹਦੇ ਵਿੱਚੋਂ ਕਣਕ ਨਹੀਂ ਨਿਕਲਣੀ, ਇਹਦੇ ਤੋਂ ਲਾਭ ਨਹੀਂ ਮਿਲਣਾ। ਨਾਨਕ ਗੁਰਬਿਨ ਘਾਟੇ ਘਾਟ। ਗੁਰੂ ਸਾਹਿਬ ਕਹਿੰਦੇ ਤੂੰ ਗੁਰੂ ਦੀ ਆਤਮਿਕ ਪਰਮੇਸ਼ਰ ਦੇ ਹੁਕਮ ਵਿੱਚ ਨਹੀਂ ਤੁਰਿਆ, ਪਰਮੇਸ਼ਰ ਦੇ ਹੁਕਮ ਵਿੱਚ ਨਹੀਂ ਆਇਆ, ਤੇ ਫਿਰ ਆਇਓ ਲਾਭ ਲਾਭਣ ਕੇ ਤਾਈ। ਆਇਆ ਕੀ ਕਰਨ ਸੀ? ਲਾਭ ਲਾਭਣ ਲਈ, ਲਾਹਾ ਲੈਣ ਲਈ। ਫਿਰ ਹੋਇਆ ਕੀ? ਮੋਹਨ ਠਗੋਰੀ ਸੇ ਉਲਝ ਪਹਾ। ਮੋਹਨ ਮਨ ਨੂੰ ਮੋਹ ਲੈਣ ਵਾਲੀ ਠੱਗ ਬੂਟੀ ਵਿੱਚ ਫਸਿਆ ਰਿਹਾ, ਮਨ ਨੂੰ ਮੋਹ ਲੈਣ ਵਾਲੀ ਠੱਗ ਬੂਟੀ ਚ ਫਸਿਆ ਰਿਹਾ। ਕਹਿੰਦੇ ਕਾਚ ਬਾਦਰੇ ਲਾਲ ਖੋਈ ਹੈ, ਫਿਰੇ ਅਵਸਰ ਕਹਾ ਲਹਾ। ਉਹ ਕੱਚ ਦੇ ਬਦਲੇ ਵਿੱਚ ਲਾਲ ਗਵਾ ਦਿੱਤਾ। ਐਵੇਂ ਨਹੀਂ ਕਹਿੰਦੇ ਸੀ ਨਹੀਂ ਲੱਭਣੇ ਲਾਲ ਗਵਾਚੇ, ਮਿੱਟੀ ਚ ਨਰੂਲ ਬੰਦਿਆ। ਆਮ ਗਾਉਂਦੇ ਆ ਨਾ ਕੱਚੀਆਂ ਧਾਰਨਾ ਨਾਲ ਵੀ ਇਹੋ ਹੀ ਗੱਲ ਹੈ। ਕਾਚ ਬਾਦਰੇ, ਕੱਚ ਦੇ ਭੁਲੇਖੇ ਵਿੱਚ ਲਾਲ ਗਵਾ ਲਿਆ। ਦੱਸ ਇਹ ਅਵਸਰ ਦੁਬਾਰਾ ਕਿੱਥੋਂ ਮਿਲੇਗਾ? ਇਹ ਵਾਰੀ ਆਏਗੀ? ਨਹੀਂ, ਇਹ ਤਾਂ ਘਾਟੇ ਘਾਟ ਹੈ, ਘਾਟੇ ਵਾਲਾ ਸੌਦਾ ਹੈ। ਤੋ ਸਤਿਗੁਰ ਦੇ ਸ਼ਰਨ ਵਿੱਚ ਨਾ ਆਉਣ ਤੇ ਇਨਸਾਨ ਹਮੇਸ਼ਾ ਘਾਟੇ ਵਾਲਾ ਸੌਦਾ ਹੀ ਰਹਿੰਦਾ ਹੈ। ਗੁਰੂ ਸਾਹਿਬ ਜੀ ਨੇ ਇਸ ਪਾਵਨ ਪੌੜੀ ਵਿੱਚ ਸਾਨੂੰ ਸਮਝਾਇਆ ਵੀ ਜਿਹੇ ਜੋਗੀਓ, ਜਿੱਥੇ ਮਰਜ਼ੀ ਭਟਕ ਲੋ, ਜਿੱਥੇ ਮਰਜ਼ੀ ਘੁੰਮ ਲੋ, ਲੇਕਿਨ ਘਾਲ ਥਾਂ ਨਹੀਂ ਪਵੇਗੀ ਜਦ ਤੱਕ ਤੁਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਪਏ ਔਰ ਗੁਰੂ ਦੀ ਸ਼ਰਨ ਪੈ ਕੇ ਵਾਹਿਗੁਰੂ ਦੀ ਬੰਦਗੀ ਵਿੱਚ ਨਹੀਂ ਜੁੜੇ। ਭੁੱਲ ਚੁੱਕ ਦੀ ਖਿਮਾ ਜੀ। ਇੰਨੇ ਬਚਨ ਪ੍ਰਵਾਨ ਕਰਨੇ। ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।